ਅੱਜ ਦਾ ਜਿਹੜਾ ਸਾਡਾ ਮੇਨ ਟੌਪਿਕ ਹੈ ਉਹ ਹੈਗਾ ਕਿ ਵਟ ਇਜ਼ ਦਾ ਅਲਟੀਮੇਟ ਗੋਲ ਆਫ ਲਾਈਫ, ਵਟ ਇਜ਼ ਦਾ ਪਰਪਜ਼ ਆਫ ਹਿਊਮਨ ਬੋਡੀ। ਇਹ ਸਾਡਾ ਜਿਹੜਾ ਸਰੀਰ ਹੈ ਜਾਂ ਸਾਨੂੰ ਜਿਹੜਾ ਮਨੁੱਖਾ ਸਰੀਰ ਮਿਲਿਆ ਹੈ ਇਹਦੀ ਇੰਪੋਰਟੈਂਸ ਕੀ ਹੈ। ਦੇਖੋ ਆਪਾਂ ਨੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਮੈਨੂੰ ਪਤਾ ਹੈ ਕਿ ਪਸ਼ੂਆਂ ਦੇ ਮੇਲੇ ਤੇ ਮੰਡੀਆਂ ਲੱਗਦੀਆਂ ਦੇਖੀਆਂ, ਜਿਹਦੇ ਵਿੱਚ ਗਊਆਂ ਵਿਕਦੀਆਂ, ਮੈਸ ਵਿਕਦੇ ਨੇ, ਊਠ ਵਿਕਦੇ ਨੇ, ਬੱਕਰੀਆਂ ਵਿਕਦੀਆਂ ਨੇ, ਸੋ ਮੈਨੀ ਥਿੰਗਸ ਜਾਨਵਰਾਂ ਦੇ। ਤੁਸੀਂ ਅੱਜ ਤੱਕ ਆਪਣੀ ਹਿਸਟਰੀ ਦੇ ਵਿੱਚ ਕਿਸੇ ਵੀ ਮੇਲੇ ਦੇ ਵਿੱਚ ਇਹ ਨਹੀਂ ਸੁਣਿਆ ਹੋਊਗਾ ਕਿ ਕੋਈ ਬੰਦਾ ਗਊ ਨੂੰ ਜਾਂ ਗਧੇ ਨੂੰ ਜਾਂ ਮੈਸ ਨੂੰ ਇਹ ਕਹੇ ਕਿ ਮੈਸੇ ਤੂੰ ਮੈਸ ਬਣ ਜਾ, ਗਊਏ ਤੂੰ ਗਊ ਬਣ ਜਾ, ਘੋੜਿਆ ਤੂੰ ਘੋੜਾ ਬਣ ਜਾ, ਬੱਕਰੀਏ ਤੂੰ ਬੱਕਰੀ ਬਣ ਜਾ, ਕਦੇ ਨਹੀਂ ਸੁਣਿਆ ਹੋਊਗਾ। ਪਰ ਦੂਜੇ ਪਾਸੇ ਜਦੋਂ ਅਸੀਂ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ, ਮੰਦਿਰ 'ਚ, ਮਸਜਿਦ 'ਚ, ਚਰਚ 'ਚ ਜਾਂਦੇ ਹਾਂ, ਉੱਥੇ ਸਾਨੂੰ ਭਾਈ ਜੀ, ਸਾਡੇ ਪੰਡਤ, ਸਾਡੇ ਕਾਜੀ, ਸਾਡੇ ਮੁੱਲਾ ਇਹ ਸਮਝਾਉਂਦੇ ਨੇ ਕਿ ਬੰਦਿਆ ਤੂੰ ਬੰਦਾ ਬਣ ਜਾ। ਹੈ ਨਾ ਅਜੀਬ ਗੱਲ। ਗਧੇ ਘੋੜੇ ਨੂੰ ਕੋਈ ਨਹੀਂ ਕਹਿੰਦਾ ਗਧਾ ਬਣ ਜਾ, ਘੋੜਿਆ ਘੋੜਾ ਬਣ ਜਾ, ਪਰ ਬੰਦੇ ਨੂੰ ਕਿਉਂ ਕਹਿੰਦੇ ਨੇ ਬੰਦਿਆ ਤੂੰ ਬੰਦਾ ਬਣ ਜਾ? ਇਹਦਾ ਕਾਰਨ ਇਹ ਹੈ ਕਿ ਗੁਰੂ ਸਾਹਿਬ ਨੇ ਇਹਦਾ ਆਨਸਰ ਦਿੱਤਾ ਸੀਗਾ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾਂ ਕਰੇ ਦਿਨ ਰਾਤ, ਕਿ ਅਸੀਂ ਦਿਨ ਰਾਤ ਮਨੁੱਖਾ ਜਨਮ ਲੈ ਕੇ ਵੀ ਜਿਹੜੇ ਸਾਡੇ ਕੰਮ ਨੇ ਉਹ ਜਾਨਵਰਾਂ ਵਾਲੇ ਨੇ, ਉਹ ਪਸ਼ੂਆਂ ਵਾਲੇ ਨੇ। ਖਾ ਲਿਆ, ਪੀ ਲਿਆ, ਸੌਂ ਲਿਆ। ਜਿਵੇਂ ਕਿ ਫਰੀਦ ਸਾਹਿਬ ਨੇ ਕਿਹਾ ਸੀਗਾ ਕਿ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀ, ਤੂੰ ਆਇਓ ਕਿਹੜੇ ਕੰਮ, ਕਿ ਖਾ ਲਿਆ, ਪੀ ਲਿਆ, ਸੌਂ ਲਿਆ ਤੇ ਫਿਰ ਅਖੀਰ ਸਾਡੀ ਫੂਕ ਨਿਕਲ ਜਾਂਦੀ ਹੈ। ਤੇ ਉੱਥੇ ਧਰਮਰਾਜ ਦੇ ਕੋਲੇ ਜੋ ਸਾਨੂੰ ਸਾਡੀ ਆਤਮਾ ਨੂੰ ਪੇਸ਼ ਕੀਤਾ ਜਾਣਾ, ਫਿਰ ਉੱਥੇ ਸਾਡਾ ਨੀਵੇਂ ਜੇ ਪਾ ਕੇ ਬਹਿ ਜਾਾਂਗੇ ਬਸ਼ਰਮਾ, ਜਿਵੇਂ ਕੋਈ ਚੰਗੇ ਕੰਮ ਤਾਂ ਕੀਤੇ ਹੀ ਨਹੀਂ, ਅਸੀਂ ਖਾ ਪੀ ਕੇ ਅਸੀਂ ਸਾਰੀ ਜ਼ਿੰਦਗੀ ਹੰਡਾਉਣੇ ਆ। ਸੋ ਇਸ ਕਰਕੇ ਅੱਜ ਆਪਾਂ ਇਹ ਗੱਲ ਡਿਸਕਸ ਕਰਨੀ ਹੈ, ਇਹ ਗੱਲ ਨੂੰ ਵਿਚਾਰ ਕਰਨਾ ਹੈ ਕਿ ਸਾਡੀ ਜ਼ਿੰਦਗੀ ਦਾ ਅਲਟੀਮੇਟ ਗੋਲ ਕੀ ਹੈ। ਗੋਲ ਤਾਂ ਬਹੁਤ ਹੁੰਦੇ ਨੇ। ਜੇ ਸਪੋਜ਼ ਆਪਣੇ ਘਰ ਦੇ ਵਿੱਚ ਅੱਜ ਸ਼ਾਮ ਨੂੰ ਮਹਿਮਾਨ ਆਉਣੇ ਨੇ ਤਾਂ ਆਪਣਾ ਮੇਨ ਪਰਪਜ਼ ਇਹ ਹੋਊਗਾ ਕਿ ਉਹ ਮਹਿਮਾਨ ਆਉਣਗੇ ਤੇ ਉਹਨਾਂ ਦੀ ਇੱਜ਼ਤ ਮਾਣ ਕਰਨੀ ਹੈ। ਪਰ ਉਹਦੇ ਨਾਲ ਛੋਟੇ ਛੋਟੇ ਗੋਲ ਜਿਹੜੇ ਨੇ ਹੋਰ ਵੀ ਜੁੜ ਜਾਂਦੇ ਨੇ ਕਿ ਸੋਫੇ ਤੇ ਕਿੱਥੇ ਬਿਠਾਉਣਾ, ਸੋਫੇ ਦੀ ਸਫਾਈ ਕਰੋ, ਘਰ ਦੀ ਸਫਾਈ ਕਰੋ, ਸਬਜ਼ੀਆਂ ਕਿਹੜੀਆਂ ਲਿਆਉਣੀਆਂ, ਕਿੱਥੋਂ ਲਿਆਉਣੀਆਂ, ਇਹ ਸਾਰੇ ਛੋਟੇ ਛੋਟੇ ਗੋਲ ਨੇ। ਪਰ ਅਲਟੀਮੇਟ ਗੋਲ ਕੀ ਹੈ? ਉਹ ਹੈਗਾ ਮਹਿਮਾਨ ਦੀ ਆਓ ਭਗਤ ਕਰਨੀ। ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਗੋਲ ਹੁੰਦੇ ਨੇ, ਪਰ ਜਿਹੜਾ ਮੇਨ ਗੋਲ ਹੈ, ਵੱਡਾ ਗੋਲ ਹੈ, ਉਹ ਹੈਗਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀ ਪ੍ਰਾਪਤ ਕਰਨੀ ਹੈ। ਹੁਣ ਕਹੋਗੇ ਖੁਸ਼ੀ ਤਾਂ ਕੋਈ ਖਾਸ ਗੱਲ ਨਹੀਂ। ਖੁਸ਼ੀ ਦਾ ਮਤਲਬ ਇਹ ਹੈ ਪਰਮਾਨੈਂਟ ਖੁਸ਼ੀ। ਇਹ ਨਹੀਂ ਹੈ ਵੀ ਖੁਸ਼ੀ ਇੱਕ ਹੁੰਦੀ ਹੈ ਖੁਸ਼ੀ, ਇੱਕ ਹੁੰਦਾ ਪਲੇਜਰ। ਪਲੇਜਰ ਐਂਡ ਹੈਪੀਨੈਸ, ਦੀਜ਼ ਆਰ ਟੂ ਡਿਫਰੈਂਟ ਥਿੰਗਸ। ਪਲੇਜਰ ਦੇ ਵਿੱਚ ਇਹ ਹੈ ਵੀ ਸਾਨੂੰ ਪਿਆਸ ਲੱਗੀ, ਬਹੁਤ ਪਿਆਸ ਲੱਗੀ, ਔਖੇ ਆ, ਗਲਾਸ ਪਾਣੀ ਦਾ ਪੀ ਲਿਆ, ਸਾਨੂੰ ਖੁਸ਼ੀ ਹੋ ਗਈ, 4 ਘੰਟੇ ਬਾਅਦ ਫਿਰ ਪਿਆਸ ਲੱਗਣੀ ਹੈ। ਪਰ ਜਿਹੜੀ ਹੈਪੀਨੈਸ ਹੁੰਦੀ ਹੈ ਦੈਟ ਇਜ਼ ਪਰਮਾਨੈਂਟ, ਉਹਦੇ ਵਿੱਚ ਕਦੇ ਕੋਈ ਦੁੱਖ ਨਹੀਂ ਹੁੰਦਾ। ਸੋ ਅਸੀਂ ਪਰਮਾਨੈਂਟ ਖੁਸ਼ੀ ਕਦੋਂ ਪ੍ਰਾਪਤ ਕਰਾਂਗੇ? ਜਦੋਂ ਅਸੀਂ ਜਿਹੜੀ ਸਾਡੀ ਆਤਮਾ ਹੈ ਉਹ ਖੁਸ਼ ਹੋਊਗੀ। ਆਤਮਾ ਕਦੋਂ ਖੁਸ਼ ਹੋਊਗੀ? ਜਦੋਂ ਉਹ ਪਰਮਾਤਮਾ ਦੇ ਨਾਲ, ਉਸ ਪਾਵਰ ਦੇ ਨਾਲ ਉਹਦੀ ਅਟੈਚਮੈਂਟ ਹੋ ਜੂਗੀ ਜਿੱਥੋਂ ਕਿ ਆਤਮਾ ਆਈ ਹੈ। ਜਿਸ ਤਰ੍ਹਾਂ ਆਪਾਂ ਜਿੱਥੇ ਮਰਜ਼ੀ ਘੁੰਮੇ ਆਈਏ, ਚਾਹੇ ਸ਼ਿਮਲੇ ਜਾ ਆਈਏ, ਚਾਹੇ ਮਰੀ ਜਾ ਆਈਏ, ਚਾਹੇ ਕਰੂਜ਼ ਤੇ ਜਾ ਆਈਏ, ਚਾਹੇ ਇੰਡੀਆ ਜਾ ਆਈਏ, ਚਾਹੇ ਬੰਗਾਲ ਜਾ ਆਈਏ, ਕਿਤੇ ਜਾ ਆਈਏ, ਅਖੀਰ ਦੇ ਵਿੱਚ ਸਾਨੂੰ ਸ਼ਾਂਤੀ ਹੈ ਕਦੋਂ ਮਿਲਦੀ ਹੈ? ਜਦੋਂ ਅਸੀਂ ਆਪਣੇ ਘਰ ਆ ਜਾਂਦੇ। ਇਸੇ ਕਰਕੇ ਕਿਹਾ ਜਾਂਦਾ ਪੰਜਾਬੀ 'ਚ ਕਹਾਵਤ ਹੈ ਇੱਕ, ਸੋ ਸੁੱਖ ਛੱਜੂ ਦੇ ਚਵਾਰੇ, ਨਾ ਬਲਖ ਨਾ ਬੁਖਾਰੇ। ਇਸ ਤਰ੍ਹਾਂ ਹੁੰਦਾ ਜਿਹੜੇ ਆਪਣੇ ਘਰ ਦੇ ਵਿੱਚ ਟੁੱਟੀ ਜਿਹੋ ਜਿਹੀ ਮਰਜ਼ੀ ਹੈ, ਜਦੋਂ ਅਸੀਂ ਉੱਥੇ ਆ ਜਾਂਦੇ ਫਿਰ ਸਾਨੂੰ ਆਨੰਦ ਆਉਂਦਾ। ਇਸੇ ਤਰ੍ਹਾਂ ਜਿਹੜੀ ਆਤਮਾ ਹੈ ਉਹ ਪਰਮਾਤਮਾ ਤੋਂ ਵਿਛੜ ਕੇ ਆਈ ਹੈ, ਜਦੋਂ ਉਹਦੀ ਅਟੈਚਮੈਂਟ ਵਾਪਸ ਪਰਮਾਤਮਾ ਦੇ ਨਾਲ ਲੱਗ ਜੂਗੀ ਫਿਰ ਸਾਨੂੰ ਸੱਚੀ ਖੁਸ਼ੀ ਮਿਲੂਗੀ। ਹਾਂਜੀ, ਸੋ ਇਹੀ ਅਲਟੀਮੇਟ ਗੋਲ ਹੈ। ਵੱਖ-ਵੱਖ ਫਿਲਾਸਫਰਸ ਨੇ ਅਲਟੀਮੇਟ ਗੋਲ ਦੇ ਉੱਪਰ ਡਿਫਰੈਂਟ ਗੱਲਾਂ ਕਹੀਆਂ ਨੇ। ਕੋਈ ਕਹਿੰਦਾ ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ ਐਸ਼ ਕਰੋ। ਐਵੇਂ ਕਹਿੰਦੇ ਭਕਾਈ ਮਾਰਦੇ ਨੇ ਵੀ ਪਿੱਛੇ ਮੌਤ ਤੋਂ ਬਾਅਦ ਕੋਈ ਚੀਜ਼ ਹੈ, ਆਹੀ ਜ਼ਿੰਦਗੀ 'ਚ ਐਸ਼ ਕਰ ਲਓ। ਕੁਛ ਲੋਕਾਂ ਦਾ ਇਹ ਵੀ ਵਿਚਾਰ ਹੈ। ਕੁਛ ਲੋਕਾਂ ਦਾ ਵਿਚਾਰ ਇਹ ਹੈ ਕਿ ਪਰਮਾਤਮਾ ਨੂੰ ਪਾ ਲਓ। ਕੁਛ ਲੋਕਾਂ ਦਾ ਇਹ ਵਿਚਾਰ ਹੈ ਕਿ ਸੈਲਫ ਰੀਅਲਾਈਜੇਸ਼ਨ, ਆਪਣੇ ਆਪ ਅੰਦਰ ਝਾਤੀ, ਨੋ ਥਾਈ ਸੈਲਫ, ਤਾਂ ਪਰਮਾਤਮਾ। ਗੱਲ ਤਾਂ ਇਹ ਹੈ ਵੀ ਸਾਡੀ ਆਤਮਾ ਦੇ ਬਾਰੇ ਸਾਨੂੰ ਗਿਆਨ ਹੋਣਾ ਚਾਹੀਦਾ ਕਿ ਅਸੀਂ ਆਏ ਕਿੱਧਰੋਂ ਆ, ਕਿੱਧਰ ਜਾਣਾ, ਸਾਡਾ ਅਲਟੀਮੇਟ ਗੋਲ ਕੀ ਹੈ। ਦੇਖੋ ਜਿਹੜੇ ਪਸ਼ੂ ਹੁੰਦੇ ਨੇ ਨਾ, ਖਾਣਾ ਪੀਣਾ ਸੋਣਾ ਵੀ ਤੋਂ ਖਾ ਲਿਆ, ਪੀ ਲਿਆ, ਸੌਂ ਲਿਆ, ਅਸੀਂ ਵੀ ਕਰਦੇ ਹਾਂ, ਪਸ਼ੂ ਵੀ ਕਰਦੇ ਨੇ। ਖਾਣਾ ਪੀਣਾ ਸੋਣਾ ਵੀ ਤੋਂ ਪਸ਼ੂओं का है काम, ਮਾਨੁਸ਼ ਕੇ ਬਸ ਏਕ ਗੁਣ ਜਪੇ ਪ੍ਰਭੂ ਕਾ ਨਾਮ। ਇਹਨਾਂ ਚੀਜ਼ਾਂ ਤੋਂ ਇਲਾਵਾ ਮਨੁੱਖ ਨੂੰ, ਸਾਡੇ ਲੋਕਾਂ ਨੂੰ ਇੱਕ ਚੀਜ਼ ਹੋਰ ਸਾਡੇ 'ਚ ਗੁਣ ਹੈ ਕਿ ਅਸੀਂ ਆਪਣੇ ਆਪ ਨੂੰ ਨੋ ਦਾ ਹੀ ਸੈਲਫ, ਆਪਣੇ ਆਪ ਦੀ ਪਹਿਚਾਣ ਕਰੀਏ ਕਿ ਅਸੀਂ ਇਸ ਮਾਤ ਲੋਕ ਦੇ ਵਿੱਚ ਕਿਉਂ ਆਏ ਹਾਂ। ਮਾਂ ਦੇ ਢਿੱਡ ਦੇ ਵਿੱਚੋਂ ਤਾਂ ਸਾਰੇ ਹੀ ਆਏ ਨੇ,
ਚਾਹੇ ਜਾਨਵਰ ਨੇ ਚਾਹੇ ਅਸੀਂ ਹਾਂ। ਪਰ ਜਦੋਂ ਅਸੀਂ ਇੱਥੇ ਆ ਗਏ, ਸਾਡਾ ਪਰਪਸ ਕੀ ਹੈ? ਪਰਪਸ ਕੀ ਹੈ? ਵੀ ਪਹਿਲਾਂ ਸਕੂਲ ਚਲੇ ਗਏ, ਫਿਰ ਨੌਕਰੀ ਲੈ ਲਈ, ਫਿਰ ਵਿਆਹ ਹੋ ਗਿਆ, ਫਿਰ ਜਵਾਕ ਜੰਮਤੇ, ਫਿਰ ਚਿੱਟੇ ਜਿਹੇ ਵਾਲ ਆ ਗਏ, ਫਿਰ ਨਿਆਣਿਆਂ ਦਾ ਖਿਆਲ ਕਰਦੇ ਹਾਂ, ਉਹਨਾਂ ਦਾ ਵਿਆਹ ਕਰਦੇ ਹਾਂ, ਫਿਰ ਉਹਨਾਂ ਦਾ ਵਿਆਹ ਕਰਦੇ ਹਾਂ, ਫਿਰ ਤੁਰ ਜਾਂਦੇ ਹਾਂ। ਦੂਜੇ ਪਾਸੇ ਫਿਰ ਪੈਸੇ ਇਕੱਠੇ ਕਰਦੇ ਹਾਂ, 1 ਮਕਾਨ 2 ਮਕਾਨ 10 ਮਕਾਨ, ਬਿਜ਼ਨਸ ਵਧਾਈ ਜਾਂਦੇ ਹਾਂ। ਹਾਂਜੀ, ਸੋ ਫਿਰ ਪਾਵਰ ਦੀ ਕੋਸ਼ਿਸ਼ ਕਰਦੇ, ਵੱਡੀ ਤੋਂ ਵੱਡੀ ਪਾਵਰ ਆ ਜੇ ਫਿਰ ਖੁਸ਼ੀ ਹੋਊਗੀ, ਵੱਡੇ ਤੋਂ ਦੱਬ ਕੇ ਖਾ ਲਈਏ ਤਾਂ ਖੁਸ਼ੀ ਆ ਜਾਊਗੀ। ਜਿੰਨਾ ਮਰਜ਼ੀ ਖਾ ਲਓ, ਜਿੰਨੀ ਮਰਜ਼ੀ ਪਾਵਰ ਹੋ ਜੇ, ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਓ, ਕਦੇ ਵੀ ਕਿਸੇ ਨੂੰ ਖੁਸ਼ੀ ਨਹੀਂ ਮਿਲੀ। ਕਹਿੰਦੇ ਨੇ ਨਾ, ਆਸਾਂ ਪਰਬਤ ਜਿੰਨੀਆਂ ਮੌਤ ਨਾ ਮਾਹੇਤ, ਜਿੰਨੀਆਂ ਮਰਜ਼ੀ ਤੁਹਾਡੀਆਂ ਇੱਛਾ ਤ੍ਰਿਸ਼ਨਾ ਹੋਈਆਂ ਨੇ ਵਧੀ ਜਾਂਦੀਆਂ। ਅੱਜ ਤੱਕ ਤਾਂ ਹਿਸਟਰੀ ਦੇ ਵਿੱਚ ਕੋਈ ਜਿਹਾ ਬੰਦਾ ਨਹੀਂ ਹੈ, ਸਿਰਫ ਕੁਝ ਬੰਦਿਆਂ ਨੂੰ ਜਿਹੜੇ ਕੰਟੈਂਟਮੈਂਟ ਚਾਹਦੇ, ਜਿਹੜੇ ਨਾਲ ਲੱਗਦੇ ਨੇ, ਸੋ ਉਹਨਾਂ ਨੂੰ ਛੱਡ ਕੇ ਬਾਕੀ ਲੱਖਾਂ ਕਰੋੜਾਂ ਬੰਦੇ ਜਿਹੜੇ ਨੇ ਉਹ ਇਸੇ ਚੱਕਰ ਦੇ ਵਿੱਚ ਤੁਰੇ ਫਿਰਦੇ ਨੇ। ਜਿਸ ਤਰ੍ਹਾਂ ਭੇਡਾਂ ਹੁੰਦੀਆਂ ਨਾ, ਪਹਾੜ ਦੇ ਉੱਤੋਂ ਇੱਕ ਭੇਡ ਛਾਲ ਮਾਰਦੇ, ਜੇ ਗਲਤੀ ਇਹਨਾਂ ਨੂੰ ਪਤਾ ਨਾ ਲੱਗੇ ਵੀ ਅੱਗੇ ਤਾਂ ਖਾਈ ਹੈ, ਤੇ ਸਾਰੀਆਂ ਭੇਡਾਂ ਉਹਦੇ ਮਗਰ ਛਾਲਾਂ ਮਾਰਦੀਆਂ। ਇਹੀ ਅਸੀਂ ਭੇਡਾਂ ਵਾਲਾ ਹੀ ਕੰਮ ਕਰਦੇ ਹਾਂ, ਹੋਰ ਸਾਡਾ ਕੁਝ ਨਹੀਂ। ਕਿਉਂਕਿ ਪਰਮਾਤਮਾ ਨੇ ਸਾਨੂੰ ਅਕਲ ਦਿੱਤੀ ਹੈ, ਬੁੱਧੀ ਦਿੱਤੀ ਹੈ, ਅਸੀਂ ਸੋਚਦੇ ਨਹੀਂ ਵੀ ਸਾਡਾ ਇਸ ਜ਼ਿੰਦਗੀ ਦੇ ਵਿੱਚ ਆਉਣ ਦਾ ਪਰਪਸ ਕੀ ਹੈ। ਜੀਸਸ ਕ੍ਰਾਈਸਟ ਨੇ ਤਾਈਓ ਤਾਂ ਕਿਹਾ ਸੀ ਨਾ, ਸੈਟਲ ਐਂਡ ਕਲੀਅਰ ਦਾ ਅਕਾਊਂਟ ਆਫ ਯਰ ਪ੍ਰੀਵੀਅਸ ਡੀਡਸ। ਜਿਹੜਾ ਕੁਝ ਪੁਰਾਣੇ ਪੁੱਠੇ ਸਿੱਧੇ ਕੰਮ ਕਰ ਲਏ ਉਹਨਾਂ ਨੂੰ ਸੈਟਲ ਕਰੋ, ਉਹਨਾਂ ਨੂੰ ਕਲੀਅਰ ਕਰੋ। ਕਿਵੇਂ? ਰਿਪੈਂਟ, ਪਛਤਾਤਾਪ ਕਰੋ। ਪਛਤਾਤਾਪ ਕਿਹਦੇ ਕੋਲ ਕਰੋ? ਪਰਮਾਤਮਾ ਕੋਲੋਂ। ਰਿਪੈਂਟ ਫਾਰ them ਬਿਕੋਜ਼ the Lord is not far away, he is within our body। ਸਾਡੇ ਅੰਦਰ ਹੀ ਹੈ ਪਰਮਾਤਮਾ, ਉੱਥੇ ਪਛਤਾਤਾਪ ਕਰੋ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰਤੀ। ਗੁਰੂ ਸਾਹਿਬ ਨੇ ਤਾਈਓ ਤਾਂ ਕਿਹਾ ਸੀ, 184 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਬੜਿਆਈ, ਇਸ ਪੌੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁੱਖ ਪਾਇੰਦਾ। ਕਿ ਸਾਨੂੰ 84 ਲੱਖ ਜੀਆ ਜੂਨ ਤੋਂ ਬਾਅਦ ਇਹ ਮਨੁੱਖਾ ਸਰੀਰ ਮਿਲਿਆ, ਜਿਹਨੂੰ ਟੌਪ ਆਫ ਦਾ ਕ੍ਰੀਏਸ਼ਨ ਕਹਿੰਦੇ ਨੇ, ਨਰ ਨਰੈਣੀ ਦੇਹ ਕਹਿੰਦੇ ਨੇ। ਜੇ ਇਹ ਮਨੁੱਖ ਦਾ ਸਰੀਰ ਦੇ ਉੱਤੇ ਜਨਮ ਲੈ ਕੇ ਵੀ ਜਿਹੜਾ ਕਿ ਪਰਮਾਤਮਾ ਨੇ ਜਿਹੜੀ ਪੌੜੀ ਹੈ ਐਗਜ਼ਾਮਪਲ ਦਿੱਤਾ, ਛੱਤ ਦੇ ਨਾਲ ਪੌੜੀ ਲਾਈ ਆ, ਅਖੀਰਲੇ ਟੰਬੇ ਦੇ ਸਾਨੂੰ ਖੜਾ ਕੀਤਾ, ਸਟੈਪ ਦੇ ਉੱਤੇ ਖੜਾ ਕੀਤਾ। ਜੇ ਕੋਸ਼ਿਸ਼ ਕਰਾਂਗੇ ਤੇ ਸਟੈਪ ਦੇ ਅਗਲੇ ਤੇ ਚਲੇ ਜਾਵਾਂਗੇ, ਉੱਪਰ ਪਹੁੰਚ ਜਾਵਾਂਗੇ। ਤੇ ਜੇ ਸਟੈਪ ਤੋਂ ਥੱਲੇ ਪੈਰ ਤਿਲਸ ਗਿਆ ਤੇ ਪਟਕ ਦੇਣੇ ਅੱਗੇ ਥੱਲੇ ਕਰਾਂਗੇ, ਫਿਰ ਉਹੀ ਗੰਦਗੀ ਨਾਲੀ ਦੇ ਕੀੜੇ ਬਣਨਾ ਸਾਨੇ। ਸੋ ਇਸ ਕਰਕੇ ਇਹ ਜਿਹੜੀ ਸਾਡੀ ਲਾਈਫ ਹੈ ਨਾ, ਇਹ ਬਹੁਤ ਮਾਨੁਸ਼ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪਕ ਪੋਇੰਗਰੇ ਬਹੁਤ ਨਾ ਲਾਗੇ ਡਾਰ। ਦਿਸ ਹਿਊਮਨ ਬਾਡੀ ਇਜ਼ ਵੈਰੀ ਪ੍ਰੈਸ਼ੀਅਸ। ਉਹਨਾਂ ਨੇ ਐਗਜ਼ਾਮਪਲ ਦਿੱਤੀ ਵੀ ਜਿਸ ਤਰ੍ਹਾਂ ਇੱਕ ਦਰਖਤ ਦੇ ਨਾਲੋਂ ਫਲ ਟੁੱਟ ਕੇ ਥੱਲੇ ਗਿਰ ਜੇ, ਮੁੜ ਕੇ ਨਹੀਂ ਨਾਲ ਲੱਗਦਾ, ਜਿੱਡੀ ਮਰਜ਼ੀ ਸਾਇੰਸ ਤਰੱਕੀ ਕਰ ਲੇ। ਐਸੇ ਤਰ੍ਹਾਂ ਜੋ ਸਾਡੀ ਹਵਾ ਨਿਕਲ ਜਾਂਦੀ ਹੈ, ਸਰੀਰ ਤਾਂ ਉੱਥੇ ਪਿਆ ਹੁੰਦਾ। ਮੈਂ ਦੇਖਿਆ ਬੜੇ ਵਾਰੀ ਜਾਣ ਦਾ ਮੌਕਾ ਮਿਲਿਆ, ਉਹੀ ਸਰੀਰ ਹੁੰਦਾ, ਨੰਗਾ ਜਿਹਾ ਕਰਕੇ ਪਾਇਆ ਹੁੰਦਾ ਕੱਪੜੇ ਤੇ, ਨਵਾਲ ਨੂੰ ਕੇ ਜੇ ਲਾ ਦਿੰਦੇ ਨੇ ਆ ਕੇ 2 ਮਿੰਟ 'ਚ ਦੀ ਉਹੀ ਸਰੀਰ ਹੁੰਦਾ, ਵਿੱਚੋਂ ਕੋਈ ਚੀਜ਼ ਨਿਕਲ ਜਾਂਦੀ ਹੈ, ਫਿਰ ਉਹਦੀ ਕੋਈ ਕੀਮਤ ਨਹੀਂ ਹੁੰਦੀ। ਸੋ ਇਸੇ ਕਰਕੇ ਕਿਹਾ ਜਾਂਦਾ ਕਿਉਂ ਗਾਫਲ ਹੋ ਕੇ ਸੁੱਤਾ ਹੈ, ਬੇਫਿਕਰ ਹੋ ਕੇ। ਦੁਨੀਆ ਦੇ ਵਿੱਚ ਨਜ਼ਾਰਾ ਆਉਂਦਾ, ਸ਼ਾਮ ਨੂੰ 2-4 ਪੈਗ ਪੀ ਲੇ ਹੈ ਜੀ ਬਿਸਕੀ ਦੇ, ਤੇ 2-4 ਮੁਰਗੇ ਖਾ ਲੇ, ਤੇ ਰਾਤ ਨੂੰ ਘਰਾੜੇ ਵੀ ਇੰਨੇ ਵਧੀਆ ਆਉਂਦੇ ਨੇ। ਜੇ ਤੁਸੀਂ ਕਦੇ ਕੋਈ ਘਰ ਦਾ ਹੋਵੇ ਨਾ, ਉਹਨੂੰ ਕਹੋ ਮੇਰੀ ਰਿਕਾਰਡਿੰਗ ਕਰ, ਜਦੋਂ ਮੈਂ ਘਰਾੜੇ ਮਾਰਦਾ ਸਨੋਰਿੰਗ ਕਰਦਾ ਤਾਂ ਬਹੁਤ ਵਧੀਆ ਮਿਊਜ਼ਿਕ ਚੱਲਦਾ, ਕਿਤੇ ਉੱਪਰ ਕਿਤੇ ਥੱਲੇ, ਕਿਤੇ ਉੱਪਰ, ਕਿਉਂਕਿ ਸਾਰੇ ਢਿੱਡ ਦਾ ਭਰਿਆ ਹੁੰਦਾ, ਉੱਪਰ ਤੋਂ ਕੇ ਗਰਦਨ ਤੱਕ ਠੋਕ ਠੋਕ ਕੇ ਪਾਈ ਜਾਂਦੇ, ਖਾਈ ਜਾਂਦੇ, ਕਿਤੇ ਬਸ ਹੀ ਨਹੀਂ ਕਰਦੇ, ਹੈ ਨਾ। ਤੁਸੀਂ ਕਦੇ ਦੇਖ ਲਓ, ਕਦੇ ਪਾਰਟੀ ਦੀ ਜਾਂਦੇ ਆਪਾਂ, ਬਰਾੜ ਵਾਲਿਆਂ ਦੇ ਚਲੇ ਜਾਂਦੇ ਹਾਂ, ਪਹਿਲਾਂ ਜਾਨ ਸਾਰੀ ਕਿਤੇ ਗੋਲ ਗੱਪਿਆਂ ਨੂੰ ਚੁੰਮੜਦੇ ਹਾਂ, ਫਿਰ ਪਾਪੜੀਆਂ ਨੂੰ ਚੁੰਮੜਦੇ ਨੇ, ਫਿਰ ਕਹਿੰਦੇ ਸੂਪ ਪੀਣਾ, ਫਿਰ ਕਿਤੇ ਚਾਵਲਾਂ ਨੂੰ ਖਾਣੇ, ਕਿਤੇ ਰਾਜਮਾ ਖਾਣੇ, ਫਿਰ ਕਹਿੰਦੇ ਉਹ ਖਾਣਾ, ਫਿਰ ਆਈਸ ਕ੍ਰੀਮ ਖਾਣੇ, ਕਿਤੇ ਕੁਛ ਜਿੰਨਾ ਚਿਰ ਤੱਕ ਗਰਦਨ ਤੱਕ ਨਹੀਂ ਨਾ ਆਉਂਦਾ ਵੀ ਬਫੇ ਹੈ, ਦੱਬ ਕੇ ਖਾ ਲਓ। ਇਹੀ ਪਾਰਟੀਆਂ 'ਚ, ਇਹੀ ਘਰ 'ਚ। ਸੋ ਇਸ ਕਰਕੇ ਸਾਨੂੰ ਸਮਝਾਇਆ ਜਾਂਦਾ ਕਿਸੇ ਕਵੀ ਨੇ, ਕਿਉਂ ਗਾਫਲ ਹੋ ਕੇ ਸੁੱਤਾ ਹੈ, ਅੱਖਾਂ ਮਿੱਟੀ ਹੈ ਇਨਸਾਨ, ਬੇਫਿਕਰ ਹੋ ਕੇ ਨਾ ਸੌਂ, ਕਿਉਂਕਿ ਇਹ ਜ਼ਿੰਦਗੀ ਕੁਝ ਦਿਨਾਂ ਦੇ ਲਈ ਹੈ। ਕਿਉਂ ਗਾਫਲ ਹੋ ਕੇ ਸੁੱਤਾ ਹੈ, ਅੱਖਾਂ ਮਿੱਟੀ ਹੈ ਇਨਸਾਨ, ਜਾਗ ਕੇ ਆਪਣਾ ਕੰਮ ਮੁਕਾ ਲੈ। ਜਾਗਣ ਦਾ ਮਤਲਬ ਇਹ ਹੈ ਵੀ ਤੂੰ ਸੋਚ ਸਮਝ ਵੀ ਤੇਰਾ ਕੀ ਪਰਪਸ ਹੈ, ਉਸ ਪਰਪਸ ਦੇ ਮਗਰ ਚੱਲ। ਜਾਗ ਕੇ ਆਪਣਾ ਕੰਮ ਮੁਕਾ ਲੈ, ਜਿਸ ਲਈ ਆਇਆ ਵਿੱਚ ਜਹਾਨ, ਇਹ ਦੁਨੀਆ 'ਚ ਆਏ, ਉਹ ਤੇਰਾ ਕੀ ਪਰਪਸ ਹੈ, ਉਹ ਕੰਮ ਕਰ। ਇਹ ਸਮਾਂ ਫਿਰ ਹੱਥ ਨਹੀਂ ਆਉਣਾ, ਤੂੰ ਪਛਤਾਏਂਗਾ ਅਣਜਾਣ। ਇਸ ਦੁਨੀਆ ਦੇ ਅੰਦਰ ਬੰਦੇ 4 ਦਿਨਾਂ ਦਾ ਤੂੰ ਮਹਿਮਾਨ, ਮਨੁੱਖ ਜਨਮ ਅਮੋਲਕ ਪਾਇਆ, ਇਸ ਦਾ ਮਿਲਣਾ ਨਹੀਂ ਆਸਾਨ। ਗੱਲ ਸਾਰੀ ਸਿੰਪਲ ਕਿਹਾ ਵੀ ਇਹ ਬੜਾ ਪ੍ਰੈਸ਼ੀਅਸ ਲਾਈਫ ਹੈ, ਇਹ ਆਰਾਮ ਨਾਲ ਨਹੀਂ ਮਿਲਣਾ, 4 ਦਿਨਾਂ ਦੀ ਜ਼ਿੰਦਗੀ ਹੈ। ਸੋ ਇਹ ਜ਼ਿੰਦਗੀ ਦਾ ਸਾਨੂੰ ਫਾਇਦਾ ਉਠਾਉਣਾ ਚਾਹੀਦਾ। ਕਿਵੇਂ? ਸਾਨੂੰ ਸੋਚਣਾ ਚਾਹੀਦਾ ਸਾਡਾ ਮੋਟਿਵ ਕੀ ਹੈ, ਐਕਟਿਵ ਕੀ, ਅਸੀਂ ਕੀ ਕਹਾਂਗੇ। ਜਿਹੜਾ ਬੰਦਾ ਮੋਟਿਵ ਹੋਵੇ, ਜਿਵੇਂ ਆਪਾਂ ਪਲੇਅਰ ਆ,
मैच खेडदे अपना टारगेट हुंदा है कि मैं गोल करना। जे कोई सॉकर दा प्लेयर है जां बास्केटबाल दा मैं स्कोर पाना, वो किन्नी प्रैक्टिस करदा है, फिर एक दिन वो वधिया बन जांदा है। कोई बच्चा फस्ट आउंदा है, वो सारा साल मेहनत करदा है, बाकी मेरे वर्गे नलायक फेल होंदे ने, फस्ट आ जांदा है। इस तरह IAS IPS अफसर जिहड़े बनदे ने वो उस टारगेट दे उत्ते मेहनत करदे ने। कौन बनेगा करोड़पति ਜਦੋਂ ਅਮਿਤਾਭ ਬੱਚਨ ਸ਼ੋ ਕਰਦਾ ਸੀਗਾ ਤਾਂ ਜਿਹੜੇ ਛੋਟੇ ਬੱਚੇ ਸੀ ਦੂਜੇ ਵੀ ਸ਼ੋ ਕਿੰਨੀਆਂ ਮਿਹਨਤਾਂ ਕਹਿੰਦੇ ਡਿਫਰੈਂਟ ਬੁੱਕ ਪੜ੍ਹਦੇ ਸੀ, ਫਿਰ ਕੰਪੀਟੀਸ਼ਨ ਦੇ ਵਿੱਚ ਉੱਪਰੋਂ ਕਈ ਵਾਰੀ ਕਰੋੜ ਵੀ ਜਿੱਤ ਕੇ ਲੈ ਜਾਂਦੇ ਸੀ। ਸੋ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਜ਼ਿੰਦਗੀ ਦਾ ਪਰਪਸ ਹੈ ਉਹਨੂੰ ਸਮਝ ਕੇ ਉਹਦੇ ਵੱਲ ਅਸੀਂ ਆਪਣਾ ਟਾਰਗੇਟ ਫਿਕਸ ਕਰੀਏ ਤੇ ਉਹਦੇ ਟਾਰਗੇਟ ਨੂੰ ਫਿਕਸ ਜਦੋਂ ਅਸੀਂ ਕਰ ਲਿਆ ਵੀ ਸਾਡੀ ਜ਼ਿੰਦਗੀ ਦਾ ਆਹ ਟਾਰਗੇਟ ਹੈ ਤਾਂ ਫਿਰ ਉਹਨੂੰ ਅਚੀਵ ਕਰਨ ਦੇ ਲਈ ਮਿਹਨਤ ਕਰੀਏ। ਮਿਹਨਤ ਬਾਹਰੋਂ ਵੀ ਕਰੀਏ, ਮਿਹਨਤ ਅੰਦਰੋਂ ਵੀ ਕਰੀਏ, ਕਿਉਂਕਿ ਤਰੱਕੀ ਜੇ ਅੰਦਰੋਂ ਕਰਨੀ ਹੈ ਤਾਂ ਅੰਦਰਲੀ ਮਿਹਨਤ ਕਰੋ ਤੇ ਜੇ ਬਾਹਰਲੀਆਂ ਖੁਸ਼ੀਆਂ ਲੈਣੀਆਂ ਤਾਂ ਬਾਹਰਲੀ ਤਰੱਕੀ ਕਰੋ। ਸੋ ਇਸ ਕਰਕੇ ਜੇ ਅੰਦਰਲੀ ਤਰੱਕੀ ਕਰਨੀ ਹੈ ਤਾਂ ਉਹਦੇ ਲਈ ਕੋਈ ਭੇਤੀ ਦੀ ਲੋੜ ਹੈ। ਜਿਵੇਂ ਬਾਹਰਲੀ ਤਰੱਕੀ ਦੇ ਲਈ ਸਾਨੂੰ ਟੀਚਰ ਦੀ ਲੋੜ ਪੈਂਦੀ ਹੈ। ਟੀਚਰ ਦੇ ਅਸੀਂ ਕਦੇ ਨਹੀਂ ਪੁੱਛਦੇ ਕਿ ਵੀ ਇਹ ਸਰਦਾਰ ਜੀ ਨੇ ਕਿ ਹਿੰਦੂ ਹੈ ਕਿ ਮੁਸਲਮਾਨ ਹੈ। ਸੋ ਇਸੇ ਕਰਕੇ ਜਿਹੜੇ ਬੰਦੇ ਨੂੰ ਅੰਦਰ ਦਾ ਟੀਚਰ ਹੈ ਨਾ, ਜਾਤ ਨਾ ਪੁੱਛੋ ਸਾਧ ਕੀ पूछ लीजिए ज्ञान, मोल करो तलवार का पड़ा रहन दो मान। सो इसे तरह ਜਿਹੜਾ ਅੰਦਰ ਦਾ ਬੰਦਾ ਨਾ ਸਾਧੂ ਸੰਤ ਟੀਚਰ ਸਾਡਾ, ਉਹਦੀ ਜਾਤ ਪਾਤ ਨਾ ਦੇਖੋ। ਕਿਉਂਕਿ ਜਿਸ ਤਰ੍ਹਾਂ ਅਸੀਂ ਤਲਵਾਰ ਜਿਹੜੀ ਹੈ ਤਲਵਾਰ ਦੀ ਵੈਲਿਊ ਮਿਆਨ ਦੇ ਵਿੱਚ ਹੈ, ਮਿਆਨ ਦੀ ਕੋਈ ਵੈਲਿਊ ਨਹੀਂ। ਇਸ ਤਰ੍ਹਾਂ ਜਿਹੜੇ ਆਪਾਂ ਸੋਨੇ ਦੇ ਗਹਿਣੇ ਖਰੀਦ ਕੇ ਲਿਆਉਣੇ ਆਪਾਂ ਨੂੰ ਉਹ ਜਿਹੜਾ ਸੁਨਿਆਰ ਆ ਉਹ ਵਧੀਆ ਡੱਬੇ ਦੇ ਆਉਂਦਾ, ਉਹ ਡੱਬੇ ਖਾਲੀ ਰੱਖਦੇ, ਉਹਦੀ ਕੋਈ ਕੀਮਤ ਨਹੀਂ। ਕੀਮਤ ਉਦੋਂ ਹੀ ਪੈਂਦੀ ਹੈ ਜਦੋਂ ਉਹਦੇ ਵਿੱਚ ਗਹਿਣਾ ਹੋਵੇ, ਉਹਦੇ ਵਿੱਚ ਔਰਨਾਮੈਂਟ ਹੋਵੇ। ਸੋ ਇਸ ਕਰਕੇ ਸਾਨੂੰ ਮੁਰਸ਼ਿਦ ਦੀ ਲੋੜ ਹੈ, ਜਿਹੜਾ ਬੰਦਾ ਅੰਦਰ ਦਾ ਭੇਜ ਜਾਣਦਾ ਹੋਵੇ। ਮੁਰਸ਼ਿਦ ਅਸਲੀ ਹੋਣਾ ਚਾਹੀਦਾ, ਜਿਹੜਾ ਵਾਕਿਆ ਹੀ ਆਪ ਗਿਆ ਹੋਵੇ, ਡਰਾਮੇਬਾਜ਼ੀ ਨਹੀਂ। ਕਈ ਵਾਰੀ ਬੰਦੇ ਐਵੇਂ ਹੀ ਅੱਖਾਂ ਮੀਚ ਕੇ ਇੱਧਰ ਉੱਧਰ ਦੀਆਂ ਪੜ੍ਹ ਕੇ ਗੱਲਾਂ ਸੁਣਾਈ ਜਾਂਦੇ ਨੇ ਤੇ ਆਪਦੇ ਪੱਲੇ ਕੁਛ ਨਹੀਂ। ਜਦੋਂ ਪੱਲੇ ਹੁੰਦਾ ਤਾਂ ਉਹ ਫਟ ਉਹਦੀ ਚੇਂਜ ਹੁੰਦੀ, ਉਹਦੀ ਕਹਿ ਨਹੀਂ ਤੇ ਕਰਨੀ 100% ਜਿਹੜੀ ਹੁੰਦੀ ਹੈ ਉਹ ਇੱਕੋ ਹੀ ਹੁੰਦੀ ਹੈ। ਠੀਕ ਹੈ ਜੀ। ਸੋ ਇਸ ਕਰਕੇ ਸਾਨੂੰ ਆਪਣੇ ਇੱਕ ਪੂਰਨ ਕਾਮਲ ਮੁਰਸ਼ਿਦ ਦੀ ਜ਼ਰੂਰਤ ਪੈਂਦੀ ਹੈ। ਸੋ ਇਸੇ ਕਰਕੇ ਤਾਂ ਕਿਹਾ ਗਿਆ ਨਾ ਕਿ ਇਹ ਜੇ ਮਾਂ-ਬਾਪ ਹੈ ਤੇ ਮੁਰਸ਼ਿਦ ਦਾ ਕੀ ਫਰਕ ਹੈ। ਮਾਂ-ਬਾਪ ਸਾਡੇ ਹਜ਼ਾਰਾਂ ਲੱਖਾਂ ਜਿਹੜੇ ਨੇ ਗੁਨਾਹ ਬਖਸ਼ ਦਿੰਦੇ ਨੇ, ਮਾਫ ਕਰ ਦਿੰਦੇ ਨੇ। ਤੇ ਕਿਵੇਂ? ਜੇ ਮਾਂ-ਬਾਪ ਦੇ ਮੂਹਰੋਂ ਇੱਕ ਗਲਤੀ ਹੋਵੇ ਨਾ, ਸਾਨੂੰ ਘਰੋਂ ਕੱਢ ਦਿੰਦੇ ਨੇ। ਇੱਕ ਗੁਨਾਹ ਮਾਂ-ਬਾਪ ਦੇਖੇ, ਇੱਕ ਗੁਨਾਹ ਮਾਂ ਪਿਓ ਦੇਖੇ, ਘਰ ਸੇ ਦੇਤ ਨਿਕਾਲਾ, ਘਰੋਂ ਕੱਢ ਦਿੰਦੇ ਨੇ। ਲੱਖ ਗੁਨਾਹ ਮੇਰਾ ਮੁਰਸ਼ਿਦ ਦੇਖੇ, ਪਰਦੇ ਹੀ ਪਾਵਨ ਵਾਲਾ। ਜਿਹੜਾ ਮੁਰਸ਼ਿਦ ਹੈ ਉਹ ਲੱਖਾਂ ਗੁਨਾਹ ਦੇਖ ਕੇ ਵੀ ਉਹ ਪਰਦੇ ਪਾ ਲੈਂਦਾ, ਕਿਉਂਕਿ ਉਹਨੂੰ ਸਾਡੀ ਧੁਰ ਅੰਦਰੋਂ ਪਤਾ ਹੈ ਵੀ ਅਸੀਂ ਕੀ ਸੋਚਦੇ ਹਾਂ, ਕੀ ਕਰਦੇ ਹਾਂ, ਕੀ ਸਾਡਾ ਰਹਿਣੀ ਹੈ, ਕੀ ਸਹਿਣੀ ਹੈ, ਕੀ ਕੰਮ ਕਰਦੇ ਹਾਂ, ਕੀ ਸਾਡੇ ਵਿਚਾਰ ਨੇ। ਸੋ ਫਿਰ ਵੀ ਉਹ ਪਰਦਾ ਪਾ ਲੈਂਦਾ। ਸੋ ਇਸ ਕਰਕੇ ਸਾਨੂੰ ਪਰਮਾਤਮਾ ਦੇ ਜਿਹੜਾ ਹੈਗਾ ਨਾ ਪੱਕੇ ਤੌਰ ਤੇ ਵਿਸ਼ਵਾਸ ਕਰਨ ਦੀ ਲੋੜ ਹੈ। ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਪਰਮਾਤਮਾ ਤੇ, ਉਹ ਐਕਸ਼ਨ ਕਰਦੇ ਹਾਂ, ਪਹਿਲਾਂ ਸੋਚਦੇ ਹਾਂ, ਫਿਰ ਵਿਸ਼ਵਾਸ ਹੁੰਦਾ ਹੈ, ਫਿਰ ਅਸੀਂ ਉਹਦੇ ਉੱਤੇ ਐਕਸ਼ਨ ਕਰਦੇ ਹਾਂ, ਫਿਰ ਅਸੀਂ ਆਪਣੀ ਮੰਜ਼ਿਲ ਦੇ ਵੱਲ ਵੀ ਮੌਤ ਤੋਂ ਪਹਿਲਾਂ ਜ਼ਰੂਰ ਪਹੁੰਚ ਜਾਵਾਂਗੇ। ਜਿਸ ਤਰ੍ਹਾਂ ਕਿ ਕਹਿੰਦੇ ਨੇ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਦੋਂ ਬੰਦਾ ਮਰ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਤੁਕ ਪੜੀ ਜਾਂਦੇ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਲੋਕ ਇਹੀ ਸੋਚਦੇ ਨੇ ਵੀ ਕਿਉਂਕਿ ਮਰ ਗਿਆ ਹੁਣ ਇਹ ਸਵਰਗ 'ਚ ਜਾਊਗਾ, ਇਹ ਸੱਚਖੰਡ 'ਚ ਜਾਊਗਾ। ਸੋ ਨਾਮਦੇਵ ਨੇ ਬੜੀ ਸਾਫ਼ ਗੱਲ ਕੀਤੀ ਸੀ, ਭਗਤ ਨਾਮਦੇਵ ਜੀ ਨੇ, ਨਾਓ ਐਂਡ ਨੈਵਰ ਉਹਨਾਂ ਨੇ ਪ੍ਰਿੰਸੀਪਲ ਦਿੱਤਾ ਸੀ। ਨਾਓ ਐਂਡ ਨੈਵਰ ਦਾ ਮਤਲਬ ਕੀ ਹੈ ਕਿ ਨੋਬਡੀ ਵਿਲ ਟੈਲ ਯੂ ਆਫਟਰ ਡੈਥ that where he has gone and nobody will come back to tell you where but exactly he is। ਜਿਹੜਾ ਮਰ ਗਿਆ ਉਹਨੇ ਤਾਂ ਨਹੀਂ ਦੱਸਣਾ ਸਾਨੂੰ ਵੀ ਕਿੱਥੇ ਗਿਆ। ਜਿੰਨਾ ਚਿਰ ਜਿਉਂਦੇ ਆ ਉਹਨਾਂ ਚਿਰ ਹੀ ਸਾਨੂੰ ਫਾਇਦਾ ਹੈ, ਜਿਉਂਦੇ ਜੀ ਸਾਨੂੰ ਫਾਇਦਾ ਲੈਣਾ ਚਾਹੀਦਾ। ਠੀਕ ਹੈ ਨਾ। ਮਰਤਾ ਮਰਤਾ ਜਗ ਮੁਆ, ਮਰ ਨਾ ਜਾਣਾ ਕੋਈ, ਐਸੀ ਮਰਨੀ ਜੋ ਮਰੇ ਬਹੁਰ ਜਨਮ ਨਾ ਹੋਏ। ਜਿਵੇਂ ਕਿ ਸੇਂਟ ਪੌਲ ਨੇ ਕਿਹਾ ਸੀ, ਆਈ ਡਾਈ ਡੇਲੀ, ਜਿਉਂਦੇ ਜੀ ਮਰਨਾ। ਜਿਉਂਦੇ ਜੀ ਤੇ ਦੂਜੇ ਮੌਤ ਦੇ ਵਿੱਚ ਫਰਕ ਇਹੀ ਹੈ ਕਿ ਜਦੋਂ ਅਸੀਂ ਅਸਲੀ ਸਾਡੀ ਮੌਤ ਆਉਂਦੀ ਹੈ, ਅਸਲੀ ਤਾਂ ਵੈਸੇ ਨਹੀਂ, ਅਸਲੀ ਤਾਂ ਜਿਉਂਦੇ ਜੀ ਦੀ ਹੈ। ਜਿਹੜੀ ਆਮ ਮੌਤ ਹੁੰਦੀ ਹੈ, ਜਦੋਂ ਬਾਅਦ ਅਸੀਂ ਕਿਤੇ ਮੁੜ ਕੇ ਨਹੀਂ ਆਉਂਦੇ, ਸਾਡੇ ਸਰੀਰ ਨੂੰ ਅੱਗ ਲਾ ਦਿੱਤੀ ਜਾਂਦੀ ਹੈ, ਜ਼ਮੀਨ 'ਚ ਦਫਨਾ ਦਿੰਦਾ, ਉਹਦੇ ਵਿੱਚ ਵੀ ਇਹੀ ਹੈ। ਜਿਹੜੀ ਸਾਡੀ ਸੁਰਤ ਹੈ, ਸਾਡੀ ਜਿਹੜੀ ਰੂਹ ਹੈ, ਜਿਹੜੀ ਸਾਡੀ ਆਤਮ ਹੈ, ਉਹ ਹੌਲੀ ਹੌਲੀ ਪੈਰਾਂ ਤੋਂ ਖਾਲੀ ਹੁੰਦੀ ਅੱਖਾਂ ਤੇ ਆ ਜਾਂਦੀ ਹੈ, ਤੇ ਅੱਖਾਂ ਤੋਂ ਨਿਕਲ ਕੇ ਅਸੀਂ ਕਹਿੰਦੇ ਰਾਮ ਨਾਮ ਸਤ ਹੈ। ਪਰ ਜਿਹੜਾ ਜਿਉਂਦੇ ਜੀ ਹੈ ਕਰਦੇ ਉਹ ਵੀ ਪ੍ਰੈਕਟਿਸ ਇਹੀ ਹੈ। ਉਹ ਜਿਹੜੀ ਸੁਰਤ ਹੈ ਸਾਰੀ ਖਾਲੀ ਹੋ ਜਾਂਦੀ ਹੈ, ਪਰ ਅੱਖਾਂ ਤੋਂ ਜਦੋਂ ਉੱਪਰ ਜਾਂਦੀ ਹੈ ਉਹਦਾ ਕਨੈਕਸ਼ਨ ਨਹੀਂ ਟੁੱਟਦਾ। ਉਹ ਵਾਪਸ ਜਦੋਂ ਚਾਹੇ ਸਰੀਰ 'ਚ ਆ ਜਾਂਦੇ, ਉਹਨੂੰ ਜਿਉਂਦੇ ਜੀ ਕਹਿੰਦੇ। ਜਿਹੜਾ ਬੰਦਾ ਮਰ ਕੇ ਉੱਥੇ ਪਹੁੰਚ ਜਾ, ਜਿਹੜਾ ਬੰਦਾ ਜਿਉਂਦਾ ਜੀ ਪਰਮਾਤਮਾ ਨਾਲ ਵਿਸਾਲ ਕਰ ਲੇ, ਉੱਪਰਲੇ ਸਫ਼ਰ ਕਰ ਲੇ, ਉਹਨੂੰ ਤਾਂ ਫਿਰ ਜਿਵੇਂ ਵਿਆਹ ਦਾ ਚਾਅ ਚੜਿਆ ਹੁੰਦਾ ਨਾ, ਇਸ ਤਰ੍ਹਾਂ ਚਾਅ ਚੜਿਆ ਹੁੰਦਾ ਕਿ ਮੈਨੂੰ ਮੌਤ ਆਈ, ਕਿਉਂਕਿ ਉਹਨੂੰ ਪਤਾ ਮੈਂ ਜਾਣਾ ਕਿੱਥੇ ਹੈ। ਸੋ ਇਸ ਕਰਕੇ ਸਾਨੂੰ ਇਹੀ ਕਰਕੇ ਕਿ ਜਿਹੜੀ ਸਾਨੂੰ ਜ਼ਿੰਦਗੀ ਦਾ ਸਾਡਾ ਮਿਸ਼ਨ ਹੈ ਉਹਨੂੰ ਪੂਰਾ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ
ਜਿਉਂਦੇ ਜੀ ਉਸ ਮਿਸ਼ਨ ਨੂੰ ਪੂਰਾ ਕਰੀਏ। ਮਰ ਕੇ ਕਦੇ ਕਿਸੇ ਨੇ ਜੇ ਕਹੋ ਮੈਂ ਮਰ ਕੇ PhD ਕਰ ਲੂੰ ਜਾਂ MA ਕਰ ਲੂੰਗਾ, ਜਾਂ ਮਰ ਕੇ ਮੈਂ ਬੱਚੇ ਜੰਮ ਲੂੰਗਾ, ਜਾਂ ਮਰ ਕੇ ਮੈਂ ਕਿਸੇ ਨੂੰ ਟੀਚਿੰਗ ਦੇ ਦੂੰਗਾ, ਜਾਂ ਮਰ ਕੇ ਮੈਂ ਕਿਸੇ ਦਾ ਫੈਸਲਾ ਕਰ ਦੂੰਗਾ, ਨਹੀਂ। ਜੇ ਜੱਜ ਹੈ ਉਹ ਜਿਉਂਦੇ ਜੀ ਫੈਸਲਾ ਕਰ ਸਕਦਾ, ਟੀਚਰ ਆ ਜਿਉਂਦੇ ਜੀ ਸਾਨੂੰ ਟੀਚਿੰਗ ਦੇ ਸਕਦਾ। ਹਾਂਜੀ, ਬੱਚੇ ਜੇ ਪੈਦਾ ਕਰਦੇ ਆ ਜਿਉਂਦਾ ਜੀ ਹਸਬੈਂਡ ਤੇ ਵਾਈਫ ਦਾ ਹੋਣਾ ਜ਼ਰੂਰੀ ਹੈ। ਸੋ ਇਸ ਕਰਕੇ ਜੇ ਅਸੀਂ ਪਰਮਾਤਮਾ ਨਾਲ ਵਸਾਲ ਕਰਨਾ ਹੈ, ਜੇ ਸਾਡੀ ਆਤਮਾ ਪਰਮਾਤਮਾ ਨਾਲ ਮਿਲਣਾ ਚਾਹੁੰਦੀ ਹੈ, ਤਾਂ ਉਹਦਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਆਪਣੀ ਆਤਮਾ ਨੂੰ ਇੰਨੀ ਮਿਹਨਤ ਕਰਕੇ ਉਹਦੇ ਨਾਲ ਜੋੜ ਲਈਏ। ਉਹਦੇ ਨਾਲ ਕਿਵੇਂ ਜੋੜਾਂਗੇ? ਜਦੋਂ ਮਿਹਨਤ ਕਰਾਂਗੇ। ਇਹ ਹੁਣ ਲੰਬੀਆਂ ਗੱਲਾਂ ਨੇ, ਕਿਉਂਕਿ ਇੱਥੇ ਬੈਠ ਕੇ ਤਾਂ ਜੁੜਿਆ ਨਹੀਂ ਜਾਣਾ। ਜਦੋਂ ਤੁਸੀਂ ਮਿਹਨਤ ਕਰੋਗੇ ਆਟੋਮੈਟਿਕਲੀ ਤੁਹਾਨੂੰ ਰਸਤਾ ਨਿਕਲੂਗਾ। ਇਟਸ ਅ ਕੁਐਸਚਨ ਆਫ ਲੈਵਲ। ਮੈਨੂੰ ਕਈ ਵਾਰੀ ਪੁੱਛਦੇ ਹੁੰਦੇ ਨੇ ਬੰਦੇ ਵੀ ਉਹ ਗੱਲ ਕਿਵੇਂ ਆ, ਉਹ ਗੱਲ ਕਿਵੇਂ। ਮੈਂ ਉਹਨਾਂ ਨੂੰ ਕਹਿੰਦਾ ਲੈਵਲ ਹੈ, ਇਹਨੂੰ ਸਮਝਾਉਣਾ ਇਟਸ ਵੈਰੀ ਡਿਫਿਕਲਟ ਟੂ ਆਨਸਰ ਇਨ ਵਰਡਸ। ਕਿਉਂਕਿ ਜੇ ਬੱਚੇ ਨੂੰ ਛੋਟਾ ਬੱਚਾ ਸਾਨੂੰ ਪੁੱਛਦਾ ਕਿ ਮੈਂ ਕਿੱਥੋਂ ਆਇਆ, ਮੈਂ ਕਿਵੇਂ ਜੰਮਿਆ, ਤੁਸੀਂ ਕਿਵੇਂ ਐਕਸਪਲੇਨ ਕਰੋਗੇ ਜੀ? ਕਦੇ ਵੀ ਨਹੀਂ ਕਰ ਸਕਦੇ, ਜਿੰਨੀਆਂ ਮਰਜ਼ੀ ਸਟੋਰੀਆਂ ਬਣਾ ਲਓ। ਪਰ ਜਦੋਂ ਬੱਚਾ 14, 15, 16, 17 ਸਾਲਾਂ ਦਾ ਹੋ ਜਾਂਦਾ ਹੈ, ਉਹ ਤੁਹਾਨੂੰ ਪੁੱਛਦਾ ਹੀ ਨਹੀਂ, ਉਹਨੂੰ ਪਤਾ ਮੈਂ ਕਿੱਥੋਂ ਆਇਆ ਤੇ ਮੈਂ ਅੱਗੇ ਬੱਚੇ ਕਿਵੇਂ ਪੈਦਾ ਕਰਨੇ ਨੇ। ਸੋ ਉਹ ਲੈਵਲ ਹੈ। ਸੋ ਲੈਵਲ ਸਾਡਾ ਜਦੋਂ ਅਸੀਂ ਅੰਦਰ ਜਾਵਾਂਗੇ ਫਿਰ ਸਾਨੂੰ ਦੱਸਣ ਦੀ ਕੋਈ ਲੋੜ ਨਹੀਂ। ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ? ਫਿਰ ਤੁਸੀਂ ਮਾਲੋ ਮਾਲ ਹੋਏ ਹੁੰਦੇ ਹੋ। ਜਦੋਂ ਤੁਸੀਂ ਬੈਂਕ 'ਚ ਜਾ ਕੇ ਹੋਣੇ ਹੋ, ਪੈਸੇ ਜਮ੍ਹਾਂ ਕਰਾਉਣੇ, ਤੁਹਾਨੂੰ ਪਤਾ ਹੈ ਕਿ 4 ਮੇਰੀਆਂ ਕੋਠੀਆਂ ਨੇ, ਇੰਨੀਆਂ FDਆਂ ਨੇ, ਫਲਾਣਾ ਧਮਕਾ, ਤੁਸੀਂ ਅੰਦਰ ਹੀ ਖੁਸ਼ ਹੋਣੇ। ਤੁਸੀਂ ਲੋਕਾਂ ਤੋਂ ਕੀ, ਤੁਹਾਨੂੰ ਤਾਂ ਪਤਾ ਕਿ ਮੇਰੇ ਕੋਲ ਬਹੁਤ ਪੈਸਾ, ਮੈਂ ਬੜਾ ਧਨਵਾਨ ਹਾਂ। ਸੋ ਇਸੇ ਕਰਕੇ ਜਿਹੜਾ ਬੰਦਾ ਅੰਦਰ ਮਿਹਨਤ ਕਰਦਾ ਉਹਨੂੰ ਪਤਾ ਹੁੰਦਾ ਕਿ ਮੈਂ ਕਿੰਨਾ ਧਨਵਾਨ ਹਾਂ। ਸੋ ਇਸ ਕਰਕੇ ਗੁਰੂ ਦੇ ਉੱਤੇ ਹਮੇਸ਼ਾ, ਪਰਮਾਤਮਾ ਦੇ ਵਿੱਚ ਹਮੇਸ਼ਾ विश्वास रखो, क्योंकि जो मुश्किल रास्ते पर चलता है, जो मुश्किल रस्तों पर चलता है, वही फिर अपनी जिंदगी बदलता है। जिहड़ा मेहनत करदा है, पर दुनियावी तौर पर भी ते अंदरूनी तौर पर भी, जो मुश्किल रास्तों पर चलता है वही फिर अपनी मंजिल बदलता है। जो भरोसा रखता है अपने मालिक पर, वही फिर सूरज बनकर निकलता है। सूरज ਵਿੱਚ ਚਮਕਦਾ, ਫਿਰ ਲੋਕਾਂ 'ਚ ਪਤਾ ਲੱਗਦਾ ਬੱਲੇ 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 ਬੱਲੇ, ਆ ਤਾਂ ਬੰਦਾ ਬੜਾ ਤਰੱਕੀ ਕੀਤਾ। ਜਦੋਂ ਮਰ ਜਾਂਦੇ ਆਪਾਂ ਕਹਿੰਦਾ ਬੜਾ ਭਗਤ ਸੀਗਾ, ਚੰਗਾ ਬੰਦਾ ਸੀ, ਪਰਉਪਕਾਰ ਸੀ ਉਹਦੇ। ਲੋਕ ਗੱਲਾਂ ਕਰਦੇ ਨੇ, ਅੱਖਾਂ ਗਿੱਲੀਆਂ ਕਰਦੇ ਨੇ, ਕਿਉਂਕਿ ਸਾਰੀ ਜ਼ਿੰਦਗੀ ਉਹਨੇ ਮਿਹਨਤ ਕੀਤੀ ਅੰਦਰਲੀ। ਜੇ ਕੋਈ ਬਾਹਰੋਂ ਚੰਗੇ ਕੰਮ ਕਰਦਾ ਉਹਦੀ ਬਾਹਰ ਇੱਜ਼ਤ ਮਾਨ ਹੁੰਦੀ ਹੈ। ਸੋ ਇਸ ਕਰਕੇ ਸਾਡੀ ਜ਼ਿੰਦਗੀ ਦਾ ਜਿਹੜਾ ਪਰਪਸ ਹੈ ਉਹ ਇਹੀ ਹੈ ਕਿ ਵਧੀਆ ਅਸੀਂ ਬੋਲੀਏ। ਜੇ ਹੁਣ ਆਪਾਂ ਨੂੰ ਸਾਇੰਟੀਫਿਕ ਤਰੀਕੇ ਨਾਲ ਗੱਲ ਕਰੀਏ, ਜਿਹੜੀ ਸਾਡੇ ਫਿਲਾਸਫੀਕਲ ਜਿਹੜੀ ਆਉਂਦੀ ਹੈ, ਸਾਇੰਸ ਆਉਂਦੀ ਹੈ, ਉਹਦੇ ਵਿੱਚ ਵੀ ਇਹੀ ਹੈ ਵੀ ਦੇਖੋ ਅਸਰ ਪੈਂਦਾ ਕੰਪਨੀ ਦਾ। ਕੰਪਨੀ ਚੰਗੀ ਰੱਖੋ। ਮੈਂ ਤਾਂ ਹਮੇਸ਼ਾ ਇਹ ਕਹਿੰਦਾ ਵੀ ਕੰਪਨੀ ਚੰਗੀ ਰੱਖੋ। ਜਿਹੜੀ ਕੰਪਨੀ ਹਮੇਸ਼ਾ ਨਿੰਦਿਆ ਚੁਗਲੀ ਕਰੇ ਤੇ ਤੁਹਾਡੇ ਦੁੱਖ 'ਚ ਕੰਮ ਨਾ ਆਵੇ, ਜਿਹੜਾ ਵੱਡੀਆਂ ਵੱਡੀਆਂ ਗੱਲਾਂ ਕਰੇ ਵੀ ਗੱਲ ਹੀ ਕੋਈ ਨਹੀਂ, ਅਸੀਂ ਤਾਂ ਹੁੰਨੇ ਆ, ਬਾਹ ਹੁੰਨੇ ਆ, ਤੇਰੇ ਦੁੱਖ 'ਚ ਜਿੱਥੋਂ ਮਰਜ਼ੀ ਬੁਲਾ ਲਈ ਆ ਜਾਾਂਗੇ, ਜਦੋਂ ਕਿਤੇ ਵਿਪਤਾ ਪੈਂਦੀ ਨਾ ਫੇਰ ਪਤਾ ਲੱਗਦਾ ਬੰਦਾ ਮੁੱਕਰ ਜਾਂਦਾ, ਅੱਖਾਂ ਦੀਆਂ ਨੀਵੀਆਂ ਕਰਕੇ ਖੜ ਜਾਂਦਾ, ਪਹੁੰਚਦਾ ਹੀ ਨਹੀਂ ਮੌਕੇ 'ਤੇ, ਝੂਠ ਬੋਲਦਾ ਉਹ। ਸੋ ਇਹੋ ਜਿਹੇ ਬੰਦਿਆਂ ਤੋਂ, ਦੋਸਤਾਂ ਤੋਂ ਸਾਵਧਾਨ ਰਹੋ। ਦੋਸਤ ਉਹੀ ਹੈ ਜਿਹੜਾ ਬੰਦਾ ਮੁਸ਼ਕਿਲ ਦੇ ਵਿੱਚ ਵਾਕਈ ਖੜਾ ਹੋਵੇ, ਗੱਲਾਂ ਬਾਤਾਂ 'ਚ ਨਹੀਂ। ਸੋ ਆਪਣੀ ਕੰਪਨੀ ਵਧੀਆ ਰੱਖੋ। ਕੰਪਨੀ ਦਾ ਹਮੇਸ਼ਾ ਹੀ ਅਸਰ ਹੁੰਦਾ ਹੈ। ਕੰਪਨੀ 'ਚੋਂ ਤੁਸੀਂ ਹਮੇਸ਼ਾ ਉਹਦਾ ਜੇ ਬੰਦੇ ਚੰਗੇ ਦੀ ਕੰਪਨੀ ਹੈ, ਚੰਗੀਆਂ ਗੱਲਾਂ ਸਿੱਖਦੇ ਹੋ। ਜੇ ਮਾੜੇ ਬੰਦੇ ਦੀਆਂ ਕੰਪਨੀ ਹੈ ਤਾਂ ਮਾੜੀਆਂ ਗੱਲਾਂ ਸਿੱਖਦੇ ਹੋ। ਜਿਵੇਂ ਕਿ ਮੈਂ ਐਲਬਰਟ ਆਇਨਸਟਾਈਨ ਦੀ ਅੱਗੇ ਵੀ ਕਈ ਵਾਰੀ ਗੱਲ ਕੀਤੀ ਹੈ ਵੀ ਉਹ ਇੱਕ ਬੜਾ ਸਾਇੰਸਦਾਨ ਹੋਇਆ, ਸਾਇੰਸ ਦੀਆਂ ਥਿਊਰੀਜ਼ ਉਹਨੇ ਦਿੱਤੀਆਂ। ਤੇ ਉਹ ਕਿਉਂਕਿ ਉਹ ਪੁਰਾਣੀ ਗੱਲ ਹੈ, ਉਦੋਂ ਇਹ ਨਾ ਤਾਂ ਕੈਮਰੇ ਹੁੰਦੇ ਸੀ, ਨਾ ਕੋਈ ਫੋਟੋ ਹੁੰਦੀਆਂ ਸੀ, ਨਾ ਕੋਈ ਅਖਬਾਰ ਹੁੰਦੇ ਸੀਗੇ। ਉਦੋਂ ਸੁਣੀਆਂ ਹੁੰਦੀਆਂ ਸੀ ਵੀ ਕੋਈ ਆਇਨਸਟਾਈਨ ਉਹਨੇ ਆਹ ਕਾਰਡ ਕੱਢੀ, ਤੇ ਯੂਨੀਵਰਸਿਟੀ ਤੇ ਕਾਲਜ 'ਚ ਉਹਨੂੰ ਇਨਵਾਈਟ ਕਰ ਦਿੰਦੇ ਸੀ ਆਪਣੇ ਲੈਕਚਰ ਦੇਣ ਦੇ ਲਈ। ਉਹ ਕਾਰ 'ਚ ਜਾਂਦਾ ਹੁੰਦਾ ਸੀਗਾ ਤੇ ਇੱਕ ਦਿਨ ਕਿਤੇ ਯੂਨੀਵਰਸਿਟੀ ਦੇ ਵਿੱਚ ਲੈਕਚਰ ਦੇਣ ਗਿਆ ਤਾਂ ਉਹਦਾ ਡਰਾਈਵਰ ਕਹਿੰਦਾ, ਆਇਨਸਟਾਈਨ, ਐਲਬਰਟ ਉਹਦਾ ਪਹਿਲਾ ਨਾਮ ਸੀ, ਐਲਬਰਟ ਲੋਕ ਕਹਿੰਦੇ ਨੇ, ਕਹਿੰਦਾ ਯਾਰ ਜਿਹੜਾ ਤੂੰ ਆਹ ਲੈਕਚਰ ਦੇ ਕੇ ਆਉਣਾ ਯੂਨੀਵਰਸਿਟੀ 'ਚ, ਤਾਂ ਮੈਂ ਇੰਨੇ ਵਾਰੀ ਸੁਣ ਲਿਆ, ਤਾਂ ਮੈਂ ਵੀ ਦੇ ਸਕਦਾ, ਉਹੀ ਗੱਲਾਂ ਤੂੰ ਕਹਿਣਾ। ਉਹਨੇ ਜਦੋਂ ਇਹ ਗੱਲ ਕਹੀ, ਉਹ ਕਹਿੰਦਾ ਠੀਕ ਹੈ। ਉਹ ਇੱਕ ਦੁਕਾਨ ਤੇ ਗਿਆ, ਉੱਥੇ ਗਾਰਮੈਂਟਸ ਵਾਲੀ ਜਿਹੜੇ ਕੱਪੜੇ ਵੇਚਦੇ ਸੀ ਰੈਡੀਮੇਡ, ਉਹਨੇ ਚੱਕ ਕੇ ਉਹਨੂੰ ਕਹਿੰਦਾ, ਆਪਣੇ ਡਰਾਈਵਰ ਨੂੰ ਕਹਿੰਦਾ ਵੀ ਦੁਕਾਨਦਾਰ ਨੂੰ ਕਹਿੰਦਾ ਦੇ ਕੱਪੜੇ ਸੂਟ ਦੇ 3 ਪੀਸ। ਉਹਨੇ ਦੁਕਾਨਦਾਰ ਨੇ ਉਹਨੂੰ 3 ਪੀਸ ਸੂਟ ਦੇਤਾ ਤੇ ਉਹਨੇ ਡਰਾਈਵਰ ਨੇ ਆਪਣਾ ਕੱਪੜੇ ਲਾ ਲਏ ਤੇ ਉਹਨੇ ਜਿਹੜੇ ਕੱਪੜੇ ਲਾਏ ਉਹ ਆਇਨਸਟਾਈਨ ਨੇ ਪਾ ਲਏ ਤੇ ਆਪਣੇ ਘਰ ਰੱਖਤੇ ਕਾਰ ਦੇ ਪਿੱਛੇ। ਹੁਣ ਕੀ ਹੋਇਆ ਕਿ ਜਿਹੜਾ ਡਰਾਈਵਰ ਹੈ ਕੱਪੜਿਆਂ 'ਚ ਬਣ ਗਿਆ ਆਇਨਸਟਾਈਨ, ਤੇ ਜਿਹੜਾ ਆਇਨਸਟਾਈਨ ਆ ਉਹ ਬਣ ਗਿਆ ਡਰਾਈਵਰ। ਜਦੋਂ ਯੂਨੀਵਰਸਿਟੀ 'ਚ ਜਾਂ ਕਾਲਜ ਪਹੁੰਚੇ, ਉਹਨਾਂ ਦਾ ਸਵਾਗਤ ਕੀਤਾ, ਫੁੱਲ ਫਲ ਦਿੱਤੇ, ਤੇ ਜਿਹੜਾ ਡਰਾਈਵਰ ਸੀ ਉਹਨੂੰ ਲੋਕ ਆਇਨਸਟਾਈਨ ਸਮਝਦੇ ਸੀ। ਸਟੇਜ ਤੇ ਚੜਾਇਆ, ਉਹਨੇ ਫਟਾਫਟ ਜੋ ਕੁਝ ਵੀ ਆਇਨਸਟਾਈਨ ਅੱਗੇ ਪਿੱਛੇ ਬੋਲਦਾ ਸੀਗਾ ਉਹ ਬੋਲਤਾ। ਜਦੋਂ ਬੋਲ ਕੇ ਜਿਹੜਾ ਤੇ ਲੋਕਾਂ ਨੇ ਹੱਥ ਖੜੇ ਕਰ ਲਏ ਵੀ ਸਾਨੇ ਕੋਈ ਕੁਐਸਚਨ ਪੁੱਛਣੇ ਨੇ, ਉੱਥੇ ਫਸ ਗਿਆ ਉਹ। ਜਦੋਂ ਉਹਨਾਂ ਨੇ ਕੁਐਸਚਨ ਪੁੱਛੇ, ਕੁਐਸਚਨ ਤਾਂ ਹਰੇਕ ਥਾਂ ਦੇ ਲੋਕਾਂ ਦੇ ਅਲੱਗ-ਅਲੱਗ ਹੁੰਦੇ ਨੇ, ਬਾਕੀ ਤਾਂ ਰੱਟਾ ਲੱਗਿਆ ਸੀ, ਪਰ ਉਹਦੀ ਕੰਪਨੀ ਦਾ ਅਸਰ ਜ਼ਰੂਰ ਸੀਗਾ। ਜਦੋਂ ਉਹਨਾਂ ਨੇ ਸਵਾਲ ਪੁੱਛੇ, ਉਹ ਤਾਂ ਅੰਦਰੋਂ ਤਾਂ ਸੋਚਦਾ ਹੀ ਫਸ ਗਏ, ਹੁਣ ਮੈਂ ਕੀ ਜਵਾਬ ਦਿਆਂ। ਪਰ ਦਿਮਾਗ ਕਿਉਂਕਿ ਸਮਾਰਟ ਹੋ ਗਿਆ ਸੀ ਉਹਦੇ ਨਾਲ ਲੱਗ ਕੇ, ਉਹ ਕਹਿੰਦਾ ਸੁਣੋ, ਲਿਸਨ, ਆਹ ਜਿਹੜੇ ਸਵਾਲ ਤੁਸੀਂ ਮੈਨੂੰ ਪੁੱਛੇ ਨੇ ਨਾ, ਇਹ ਤਾਂ ਬੜੇ ਸਿੰਪਲ ਜਿਹੇ ਸਵਾਲ ਨੇ, ਇਹਦਾ ਮੈਂ ਜਵਾਬ ਨਹੀਂ ਦਿੰਦਾ, ਇਹਦਾ ਜਵਾਬ ਮੇਰਾ ਡਰਾਈਵਰ ਦੇ ਦੂਗਾ। ਉਹਨੂੰ ਆਇਨਸਟਾਈਨ ਕਹਿੰਦਾ, ਆ ਜਾ ਡਰਾਈਵਰ, ਪਲੀਜ਼ ਕਮ ਔਨ ਦਾ ਸਟੇਜ ਐਂਡ ਆਨਸਰ ਦੀਸ ਕੁਐਸਚਨ।
ਉਹ ਆਇਨਸਟਾਈਨ ਜਿਹੜਾ ਅਸਲੀ ਸੀ ਉਹ ਆ ਗਿਆ ਤੇ ਉਹਨੇ ਜਵਾਬ ਦਿੱਤੇ। ਸੋ ਕਹਿਣ ਦਾ ਮਤਲਬ ਵੀ ਜਿਹੜੀ ਉਹ ਇੰਨੀ ਇੰਟੈਲੀਜੈਂਟ ਉਹ ਡਰਾਈਵਰ ਵੀ ਹੋਇਆ, ਉਹਦੀ ਕੰਪਨੀ ਦਾ ਹੀ ਅਸਰ ਹੋਇਆ। ਇਸੇ ਕਰਕੇ ਜਦੋਂ ਅਸੀਂ ਚੰਗੇ ਲੋਕਾਂ ਦੀ, ਚੰਗੇ ਮਹਾਂਪੁਰਸ਼ਾਂ ਦੀ ਕੰਪਨੀ ਰੱਖਦੇ ਹਾਂ ਜਿਹਦੀ ਕਹਿਣੀ ਤੇ ਕਰਨੀ ਇੱਕ ਹੋਵੇ, ਸਿਰਫ ਇਹ ਨਹੀਂ, ਦੇਖੋ ਮਹਾਂਪੁਰਸ਼ ਕਿਹਨੂੰ ਕਹਿੰਦੇ ਨੇ? ਮਹਾਂਪੁਰਸ਼ ਜਿਹੜੇ ਸੰਤ ਹੁੰਦੇ ਨੇ, ਜਿਹੜਾ ਇੱਕ ਵਾਰੀ ਬਚਨ ਕੱਢਦਾ ਨਾ, ਜੋ ਮਰਜ਼ੀ ਹੋ ਜੇ ਪੱਥਰ ਤੇ ਲਕੀਰ ਹੈ ਉਹ ਪੱਕੀ ਹੁੰਦੀ ਹੈ। ਜਿਹੜਾ ਸੰਤ ਮਹਾਤਮਾ ਤੀਜੇ ਇੱਕ ਦਿਨ ਕਦੇ ਕਹਿੰਦਾ ਕਰੋਨਾ ਐਦੋਂ ਖਤਮ ਹੋ ਜਾਊਗਾ, ਇੱਥੇ ਖਤਮ ਹੋ ਜੂ, ਉਹ ਖਤਮ ਹੋ ਜੂ, ਐਂ ਹੋ ਜਾਊਗਾ, ਜਿਹਨੂੰ ਕੋਈ ਗਿਆਨ ਹੀ ਨਹੀਂ ਹੈ, ਉਹਨੂੰ ਦੁਨੀਆ ਦਾ ਗਿਆਨ ਨਹੀਂ, ਉਹਨੂੰ ਅੰਦਰਲਾ ਗਿਆਨ ਕੀ ਸਵਾਹ ਹੋਣਾ। ਸੋ ਇਹ ਲੋਕ ਪਰ ਮਗਰ ਲੱਗੇ ਹੁੰਦੇ ਨੇ, ਪਰ ਮਗਰ ਲੱਗਣ ਦੇ ਫਾਇਦੇ, ਜੇ ਤੁਹਾਨੂੰ ਗੁਰੂ ਨੇ ਕੋਈ ਗੱਲ ਸਮਝਾਤੀ, ਤੁਸੀਂ ਆਪਣੀ ਮਿਹਨਤ ਕਰੋ, ਆਪਣੀ ਮਿਹਨਤ ਕਰਕੇ ਤੁਸੀਂ ਹੋਵੋਗੇ, ਕਿਸੇ ਦੇ ਸਿਰ ਤੇ ਮਿਹਨਤ ਕਰਕੇ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਮਿਲਣਾ। ਸੋ ਜੇ ਗੁਰੂ ਨੇ ਤੁਹਾਨੂੰ ਕੋਈ ਸਮਝਾਈ ਹੈ ਗੱਲ, ਮੰਤਰ ਦੇਤਾ, ਤੁਸੀਂ ਆਪਣੀ ਮਿਹਨਤ ਕਰੋ। ਜੇ ਤੁਸੀਂ ਆਪਣੀ ਮਿਹਨਤ ਕਰਦੇ ਹੋ ਡੈਫੀਨੇਟਲੀ ਉਹਦਾ ਫਲ ਮਿਲੂਗਾ। ਸੋ ਇਸ ਕਰਕੇ ਜਿਹੜਾ ਹੈਗਾ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਅਸੂਲ ਕੀ ਨੇ ਕਿ ਆਪਾਂ ਨੂੰ ਖੁਸ਼ੀ ਪਰਮਾਤਮਾ ਨਾਲ ਆਏ ਹਾਂ ਤੇ ਮਿਲੀਏ, ਮਿਲਣ ਦੇ ਲਈ ਉਹਦੇ ਲਈ ਇਹ ਚੰਗੇ ਪਾਸੇ ਲੱਗੀਏ, ਕੋਈ ਇਹੋ ਜਿਹਾ ਗੁਰੂ ਲੱਭੀਏ, ਕਾਮਿਲ ਮੁਰਸ਼ਿਦ ਲੱਭੀਏ ਜਿਹੜਾ ਸਾਨੂੰ ਸਮਝਾ ਸਕੇ ਸਾਡੀ ਜ਼ਿੰਦਗੀ ਦਾ ਪਰਪਸ ਕੀ ਹੈ, ਕਿਵੇਂ ਅਸੀਂ ਉਹਨੂੰ ਅਚੀਵ ਕਰਨਾ ਹੈ। ਤੇ ਉਹ ਇਸ ਕਰਕੇ ਜਦੋਂ ਅਸੀਂ ਅਚੀਵ ਕਰਾਂਗੇ ਫਿਰ ਸਾਡੀ ਬੱਲੇ ਬੱਲੇ ਫਿਰ ਸਾਡੀ ਜ਼ਿੰਦਗੀ ਦਾ ਹੁੰਦਾ ਮਿਸ਼ਨ ਪੂਰਾ ਹੋ ਜਾਊਗਾ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਮਿਕਸ ਜਿਹਾ ਪ੍ਰੋਗਰਾਮ ਕਰ ਰਹੇ ਹਾਂ ਲੋਹੜੀ ਦੇ ਉੱਤੇ ਗਾਣੇ, ਤੇ ਸਾਡੀ ਜ਼ਿੰਦਗੀ ਦਾ ਅਲਟੀਮੇਟ ਗੋਲ ਕੀ ਹੈ, ਇਹਦੇ ਉੱਤੇ ਆਪਾਂ ਟੌਪਿਕ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਲੋਹੜੀ ਦੇ ਉੱਪਰ ਜਿਵੇਂ ਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਲੋਹੜੀ ਕਿਉਂਕਿ 13 ਜਨਵਰੀ ਦੀ ਹੈ, ਵੀਰਵਾਰ ਦਿਨ ਹੈ, ਉਸ ਦਿਨ ਮੈਂ ਬੁੱਧਵਾਰ ਨੂੰ ਲੋਹੜੀ ਦੇ ਉੱਤੇ ਰਿਕਾਰਡ ਕਰੂੰਗਾ। ਤੁਸੀਂ YouTube ਦੇ ਉੱਪਰ ਜਾ ਕੇ ਜਾਂ Facebook ਤੇ ਜਾ ਕੇ ਲੋਹੜੀ ਦਾ ਤੁਸੀਂ ਡਿਟੇਲ ਦੇ ਵਿੱਚ ਪ੍ਰੋਗਰਾਮ ਦੇਖ ਸਕਦੇ ਹੋ। ਉਹਦੇ ਵਿੱਚ ਕਿਉਂਕਿ ਕਾਫੀ ਟਾਈਮ ਹੁੰਦਾ ਤੇ ਰਿਸਰਚ ਮੇਰੀ ਕੀਤੀ ਵੀ ਹੈ, ਰਿਸਰਚ ਮਿਹਨਤ ਕਰਦਾ ਤਾਂ ਕਿ ਤੁਹਾਡੇ ਕੋਲ ਨਵੀਆਂ ਗੱਲਾਂ ਦੱਸ ਸਕਾਂ ਕਿ ਲੋਹੜੀ ਦਾ ਪਰਪਸ ਕੀ ਹੈ, ਕਿਉਂ ਮਨਾਈ ਜਾਂਦੀ ਹੈ, ਕਿਵੇਂ ਸ਼ੁਰੂ ਹੋਈ ਤੇ ਪੰਜਾਬ 'ਚ ਕਿਵੇਂ ਮਨਾਈ ਜਾਂਦੀ ਹੈ, ਜੰਮੂ ਕਸ਼ਮੀਰ 'ਚ ਕਿਵੇਂ ਹੈ, ਉੱਤਰ ਪ੍ਰਦੇਸ਼ ਕਿਵੇਂ ਹੈ, ਮਹਾਰਾਸ਼ਟਰ 'ਚ ਕਿਵੇਂ ਹੈ, ਗੁਜਰਾਤ 'ਚ ਕਿਵੇਂ ਹੈ, ਪਾਕਿਸਤਾਨ 'ਚ ਕਿਵੇਂ ਹੈ। ਫਿਰ ਉਹਦੇ ਵਿੱਚ ਦੁੱਲਾ ਭੱਟੀ ਦੀ ਗੱਲ ਆਉਂਦੀ ਹੈ, ਜਿਹੜੇ ਕਿ ਸਾਡੇ ਪੰਜਾਬੀ ਨੇ ਇੰਡੀਅਨ, ਉਹ ਸੋਚਦੇ ਨੇ ਦੁੱਲਾ ਭੱਟੀ ਇੱਕ ਡਾਕੂ ਸੀਗਾ, ਜਦੋਂ ਕਿ ਉਹਦੀ ਹਿਸਟਰੀ ਕਿਸੇ ਨੂੰ ਨਹੀਂ ਪਤਾ। ਗੱਲ ਅੱਗੇ ਦੀ ਅੱਗੇ ਉਸ ਤਰ੍ਹਾਂ ਜਿਵੇਂ ਚੱਲੀ ਜਾਂਦੀ ਹੈ, ਅੱਗੇ ਦੀ ਅੱਗੇ ਚੱਲੀ ਜਾਂਦੀ ਹੈ, ਕਿਉਂਕਿ ਰਿਚੁਅਲਸ ਬਣ ਜਾਂਦੀਆਂ। ਸਾਨੂੰ ਅਸੀਂ ਫੈਕਟਸ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਜਿਵੇਂ ਕਿ ਮੈਂ ਅੱਗੇ ਵੀ ਕਿਹਾ, ਰਿਚੁਅਲ ਕਿਵੇਂ ਹੈ ਵੀ ਕੋਈ ਬੰਦਾ ਬਾਹਰੋਂ ਕਿਸੇ ਕੰਟਰੀ ਦੇ ਉੱਤੋਂ ਕਿਸੇ ਪਿੰਡ ਦੇ ਵਿੱਚ ਗਿਆ ਤਾਂ ਉਹਨਾਂ ਨੇ ਕਿਹਾ ਵੀ ਸਾਡਾ ਪ੍ਰਾਹੁਣਾ ਆਇਆ ਤੇ ਉਹਨੂੰ ਰੋਟੀ ਥਾਲੀ, ਜਿਵੇਂ ਪਿੰਡਾਂ 'ਚ ਰਿਵਾਜ ਹੈ ਸਾਡੇ, ਥਾਲੀ 'ਚ ਰੋਟੀ ਪਾ ਕੇ ਦਿੱਤੀ, 2-4 ਸਬਜ਼ੀਆਂ ਰੱਖਤੀਆਂ, ਮਿੱਠਾ ਰੱਖਤਾ, ਤੇ ਜਦੋਂ ਥਾਲੀ ਅੱਗੇ ਰੱਖੀ ਤੇ ਨਾਲ ਇੱਕ 6-7 ਫੁੱਟ ਦੀ ਡਾਂਗ ਵੀ ਰੱਖਤੀ। ਉਹ ਜਦੋਂ ਬੰਦੇ ਕੋਲੇ ਡਾਂਗ ਰੱਖੀ, ਸੋਟੀ ਰੱਖੀ, ਉਹ ਬੰਦਾ ਹੈਰਾਨ ਹੋ ਗਿਆ ਵੀ ਇਹ ਡਾਂਗ ਕਿਉਂ ਰੱਖੀ ਹੈ। ਰੋਟੀ ਤਾਂ ਮੈਨੂੰ ਸਮਝ ਆ ਗਈ, ਆ ਸਬਜ਼ੀਆਂ ਵੀ ਸਮਝ ਆ ਗਈ, ਰੋਟੀਆਂ ਜਿਹੜੀਆਂ ਨੇ, ਸਬਜ਼ੀਆਂ ਨੇ, ਮਿੱਠਾ ਰੱਖਿਆ, ਸਾਰੇ ਸਮਝ ਆ ਗਈ, ਪਰ ਨਾਲ ਮੇਰੇ ਇਹ ਥਾਲੀ ਦੇ ਨਾਲ ਡਾਂਗ ਕਿਉਂ 6 ਫੁੱਟ ਦੀ ਰੱਖਦੀ। ਉਹਦੇ ਦਿਮਾਗ 'ਚ ਆ ਵੀ ਕਿਤੇ ਪਿੱਛੋਂ ਐ ਨਾ ਹੋਵੇ ਜੇ ਮੈਂ ਜੂੜ ਛੱਡਦੀ ਮੈਨੂੰ ਕੁੱਟਣ। ਉਹ ਕਹਿੰਦਾ ਨਹੀਂ ਪਹਿਲਾਂ ਪੁੱਛ ਲਈਏ ਆਪਾਂ ਵੀ, ਪਹਿਲੀ ਵਾਰ ਮੈਂ ਆਏ ਹਾਂ। ਉਹਨਾਂ ਨੇ ਘਰਦਿਆਂ ਨੂੰ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਬਾਕੀ ਤਾਂ ਸਾਰੀਆਂ ਗੱਲਾਂ ਠੀਕ ਹੈ, ਮੈਂ ਡਾਂਗ ਕਿਉਂ ਰੱਖੀ ਹੈ? ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ, ਸਾਡੇ ਮਾਂ-ਬਾਪ ਰੱਖਦੇ ਨੇ। ਉਹ ਕਹਿੰਦਾ ਪਰ ਪਤਾ ਤਾਂ ਹੋਵੇ ਵੀ ਕਿਉਂ ਰੱਖੀ ਹੈ, ਕਿਉਂਕਿ ਇਹੀ ਤਾਂ ਰਿਚੁਅਲ ਹੈ, ਪਤਾ ਨਹੀਂ ਕਰਦੇ ਅਸੀਂ। ਜਿਸ ਤਰ੍ਹਾਂ ਵੀ ਡਾਕੂ ਕੌਣ ਸੀ, ਦੁੱਲਾ ਭੱਟੀ ਕੌਣ ਸੀ, ਪਤਾ ਨਹੀਂ ਕਰਦੇ, ਸੁਣੀ ਸੁਣਾਈ ਗੱਲ ਦੇ ਉੱਤੇ ਬੇਸ ਹੈ। ਸੋ ਉਹਨਾਂ ਨੇ ਕਿਹਾ ਵੀ ਡਾਂਗ ਸਾਨੂੰ ਤਾਂ ਪਤਾ ਨਹੀਂ। ਉਹ ਕਹਿੰਦਾ ਫਿਰ ਮਾਂ-ਬਾਪ ਬੁਲਾਏ। ਉਹ ਕਹਿੰਦਾ ਜੀ ਜਦੋਂ ਸਾਡੇ ਟਾਈਮ ਹੁੰਦੀ ਸੀ ਸਾਡੇ ਬਾਬਾ ਜੀ ਰੱਖ ਦਿੰਦੇ ਸੀ, ਬਾਬਾ ਜੀ ਕੋਲੇ ਚਲੇ ਗਏ। ਬਾਬਾ ਜੀ ਕਹਿੰਦੇ ਜੀ ਆ 6 ਫੁੱਟ ਦੀ ਤਾਂ ਨਹੀਂ ਸਾਡੇ ਟਾਈਮ ਤੇ ਹੁੰਦੀ ਸੀ, ਸਾਡੇ ਟਾਈਮ ਤੇ 2 ਫੁੱਟ ਦੀ ਹੁੰਦੀ ਸੀ। ਉਹ ਕਹਿੰਦਾ ਪਰ ਜੇ 2 ਫੁੱਟ ਦੀ ਵੀ ਸੀ ਰੋਟੀ ਦੇ ਨਾਲ ਰੱਖਦੇ, 2 ਫੁੱਟ ਦੀ ਵੀ ਕਿਉਂ? ਉਹ ਕਹਿੰਦੇ ਜੀ ਫਿਰ ਗਵਾਂਢ 'ਚ ਸਾਡੇ ਨਾਲ ਦੇ ਪਿੰਡ 'ਚ ਬਜ਼ੁਰਗ ਹੋਰ ਵੱਡੇ ਨੇ, ਉਹਨਾਂ ਨੂੰ ਪੁੱਛਦੇ ਜਾ ਕੇ। ਸਾਰੇ ਜਿਹਨੇ ਉੱਥੇ ਚਲੇ ਗਏ। ਉਹ ਬਜ਼ੁਰਗ ਨੂੰ ਪੁੱਛਿਆ ਵੀ ਜੀ ਉਹ ਰੋਟੀ ਬੰਦੇ ਨੂੰ, ਮਹਿਮਾਨ ਨੂੰ ਪਾਉਣੇ ਹੋ ਤੇ ਤੁਸੀਂ ਹੁਣ ਤਾਂ ਕਹਿੰਦੇ 6 ਫੁੱਟ ਤੋਂ ਪਹਿਲਾਂ 2 ਫੁੱਟ ਦੀ ਸੀ ਤੇ 2 ਫੁੱਟ ਦੀ ਡਾਂਗ ਕਿਉਂ ਰੱਖਦੇ ਹੋ? ਉਹ ਕਹਿੰਦਾ ਨਹੀਂ ਕਾਕਾ, ਸਾਡੇ ਟਾਈਮ ਤਾਂ 1 ਫੁੱਟ ਦੀ ਹੁੰਦੀ ਸੀ। ਉਹ ਕਹਿੰਦਾ ਪਰ 1 ਫੁੱਟ ਦੀ ਵੀ ਕਿਉਂ? ਉਹ ਕਹਿੰਦਾ ਫਿਰ ਸਾਡੇ ਪਿੰਡ 'ਚੋਂ ਇੱਕ ਹੋਰ ਬਜ਼ੁਰਗ ਉਹਨੂੰ ਬੁਲਾ ਲਓ। ਉਹਨੂੰ ਬੁਲਾਇਆ ਵੀ ਇਹ ਗੱਲ ਕੀ ਹੈ, ਹੁਣ 6 ਫੁੱਟ ਦੀ ਹੈ, ਫਿਰ 2 ਫੁੱਟ ਦੀ ਕਹਿੰਦੇ ਹੋ, ਫਿਰ 1 ਫੁੱਟ ਦੀ ਕਹਿੰਦੇ ਹੋ, ਇਹ ਰੱਖਦੇ ਕਿਉਂ? ਉਹ ਬਜ਼ੁਰਗ ਕਹਿੰਦਾ ਸੁਣੋ ਆਰਾਮ ਨਾਲ, ਇਹ ਡਾਂਗ ਡੂੰਗ ਦਾ ਕੋਈ ਚੱਕਰ ਨਹੀਂ ਸੀ। ਉਹ ਸਾਡੇ ਟਾਈਮ ਦੇ ਵਿੱਚ ਜਦੋਂ ਕੋਈ ਮਹਿਮਾਨ ਆਉਂਦਾ ਸੀ ਉਹਨੂੰ ਮੀਟ ਮੂਟ ਬਣਾ ਕੇ ਦਿੰਦੇ ਸੀਗੇ, ਸਾਗ ਬਣਾ ਕੇ ਦਿੰਦੇ ਸੀਗੇ, ਕੋਈ ਹੋਰ ਛੱਲੀਆਂ ਖਾ ਲੀਆਂ, ਤੇ ਉਹ ਕਈ ਵਾਰੀ ਛੋਟੀਆਂ ਚੀਜ਼ਾਂ ਦੰਦਾਂ 'ਚ ਫਸ ਜਾਂਦੀਆਂ। ਕਹਿੰਦਾ ਅਸੀਂ 1 ਇੰਚ ਦੀ ਟੁੱਥਪਿਕ ਰੱਖਦੇ ਹੁੰਦੇ ਸੀਗੇ ਵੀ ਘੱਟੋ ਘੱਟ ਰੋਟੀ ਖਾਣ ਤੋਂ ਬਾਅਦ ਦੰਦ 'ਚ ਮਾਰ ਕੇ ਉਹ ਕੱਢ ਲੇ। ਕਹਿੰਦਾ ਹੌਲੀ ਹੌਲੀ ਉਹ 1 ਇੰਚ ਦੀ ਟੁੱਥਪਿਕ 6 ਫੁੱਟ ਦੀ ਡਾਂਗ ਬਣ ਗਈ। ਸੋ ਇਸੇ ਤਰ੍ਹਾਂ ਜਿਹੜਾ ਦੁੱਲਾ ਭੱਟੀ ਹੈ ਉਹਦੇ ਵਿੱਚ ਡਾਕੂ ਕਹੀ ਜਾਂਦੇ ਨੇ ਵੀ ਡਾਕੂ ਉਹਨਾਂ ਨੇ ਸੁੰਦਰ ਮੁੰਦਰੀ ਨੂੰ ਦਾ ਵਿਆਹ ਕੀਤਾ ਸੀ, ਪਰ ਹਕੀਕਤ ਕੀ ਹੈ ਆਪਾਂ ਡਿਟੇਲ ਦੇ ਵਿੱਚ ਮੈਂ ਵੈਨਸਡੇ ਨੂੰ ਕਰਾਂਗਾ। ਸੋ ਤੁਸੀਂ YouTube ਦੇ ਉੱਪਰ ਤਾਂ ਜਾ ਕੇ ਦੇਖ ਸਕਦੇ ਹੋ। YouTube ਤੇ ਕਿਵੇਂ ਜਾਣਾ ਹੈ, ਬੜਾ ਸਿੰਪਲ ਤਰੀਕਾ ਹੈ। ਤੁਸੀਂ ਮੇਰਾ ਨਾਮ ਪਾ ਲਓ, ਡਾਕਟਰ ਨਰਿੰਦਰ ਰਵੀ ਗੋਇਲ,
YouTube खुल जूगा, उत्थे जाके तुसीं मेरे सारे टॉपिक ने देख सकते हो। इस तरह जे फेसबुक ते देखना है ravigoyal.ca पा लो, ये फेसबुक खुल जाएगी, ਜਾਂ लिंक दबे लिंक पाए ਹੁੰਦੇ ਨੇ, ਤੁਸੀਂ ਲਿੰਕ ਦੱਬਦੇ ਹੋ ਫੇਸਬੁੱਕ ਦਾ ਵੀ ਹੈ ਤੇ YouTube ਦੀ ਵੀ, ਉਹ ਜਾ ਕੇ ਦੇਖ ਸਕਦੇ ਹੋ। ਤੇ ਨਾਲ ਤੁਸੀਂ ਜੇ ਚੰਗਾ ਲੱਗਦਾ ਤੁਹਾਨੂੰ ਤੁਸੀਂ ਅੱਗੇ ਵੀ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਲਓ, ਤਾਂ ਕਿ ਜਿੰਨੀ ਕੁ ਮੈਂ ਮਿਹਨਤ ਕਰਦਾ, ਮੇਰਾ ਪਰਪਸ ਇਹ ਵੀ ਵੱਧ ਤੋਂ ਵੱਧ ਜੇ ਮੈਂ ਮਿਹਨਤ ਕਰਦਾ ਤਾਂ ਉਹਦਾ ਫਾਇਦਾ ਸਾਰਿਆਂ ਨੂੰ ਹੋਵੇ। ਸੋ ਇਹੀ ਪਰਪਸ ਹੈ। ਸੋ ਦੇਖੋ ਨਾ, ਅੱਜ ਅਸੀਂ ਕਰ ਰਹੇ ਸੀ, ਹੱਥ 'ਚ ਕੁਝ ਨਹੀਂ ਹੁੰਦਾ, ਇਹ ਸਾਇੰਸ ਨੇ ਇੰਨੀ ਤਰੱਕੀ ਕੀਤੀ ਹੈ। ਮੈਂ ਹੁਣ ਫੇਸਬੁੱਕ ਤੇ ਕਿੰਨੇ ਚਿਰ ਤੋਂ ਕਰਦਾ ਸੀ ਲਾਈਵ, ਅੱਜ ਉਹ ਬਟਨ ਲਾਈਵ ਵਾਲਾ ਦੱਬਣਾ ਭੁੱਲ ਗਿਆ, ਅੱਧ ਦੇ ਵਿੱਚ ਸਟਾਰਟ ਹੋਇਆ। ਪਿਛਲੇ ਵੀਕ ਅਸੀਂ ਰਿਕਾਰਡ ਕਰ ਰਹੇ ਸੀਗੇ, ਮੈਂ ਉਂਗਲੀ ਜੀ ਨਾ ਕਰੀ ਜਾਵਾਂ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਹੁੰਦਾ ਨਹੀਂ, ਬਾਅਦ 'ਚ ਪਤਾ ਲੱਗਿਆ ਵੀ ਜਿਹੜਾ ਉਹ ਕੀ ਹੁੰਦਾ ਐਰੋ ਹੁੰਦਾ ਉਹ ਲਿਜਾਣਾ ਸੀਗਾ। ਸੋ ਟਾਈਮ ਨਿਕਲ ਗਿਆ। ਟਾਈਮ ਇਜ਼ ਅ ਬਿਗ ਫੈਕਟਰ। ਇਸੇ ਤਰੀਕੇ ਸਾਡੀ ਜ਼ਿੰਦਗੀ ਹੈ, ਉਹ ਜ਼ਿੰਦਗੀ ਵੀ ਬਹੁਤ ਵੱਡਾ ਫੈਕਟਰ ਹੈ। ਜੇ ਅਸੀਂ ਇੱਧਰ ਉੱਧਰੋਂ ਕਰੀ ਜਾਵਾਂਗੇ, ਉਹ ਫਾਇਦਾ ਨਹੀਂ ਉਠਾਇਆ ਤੇ ਜ਼ਿੰਦਗੀ ਦਾ ਅਸੀਂ ਜਿਵੇਂ ਹੁਣ ਉਹ ਦੱਬਣਾ ਮਾਊਸ ਸੀਗਾ, ਲਾਈ ਗਿਆ ਮੈਂ ਉਂਗਲੀ, ਉਹਦੇ ਨਾਲ ਚੱਲਿਆ ਨਹੀਂ, ਸੋ ਉਹ ਟਾਈਮ ਖਤਮ ਹੋ ਗਿਆ। ਟਾਈਮ ਜਿਹੜਾ ਸੀ ਓਵਰ ਰਿਕਾਰਡ ਨਹੀਂ ਹੋਇਆ। ਇਸੇ ਤਰ੍ਹਾਂ ਫੇਸਬੁੱਕ ਤੇ ਦੱਬਣਾ ਸੀ ਸਟਾਰਟ, ਹਾਂਜੀ, ਉਹ ਸਟਾਰਟ ਦੱਬਣਾ ਭੁੱਲ ਗਏ ਤੇ ਮੁੜ ਕੇ ਹੁਣ ਮੈਂ ਜੇ ਕੋਸ਼ਿਸ਼ ਕਰਾਂ ਵੀ ਸ਼ੁਰੂ ਹੋ ਜਾਊਗਾ, ਨਹੀਂ ਹੋਣਾ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ। ਜ਼ਿੰਦਗੀ ਦੇ ਵਿੱਚ ਜਿਹੜਾ ਸਮਾਂ ਨਿਕਲ ਗਿਆ ਨਾ, ਉਹ ਵਾਪਸ ਨਹੀਂ ਆਉਣਾ। ਸੋ ਸਮੇਂ ਦਾ ਹਮੇਸ਼ਾ ਫਾਇਦਾ ਉਠਾਓ। ਜਿਵੇਂ ਕਿ ਦਰਖਤ ਦੀ ਐਗਜ਼ਾਮਪਲ ਨਹੀਂ ਦਿੱਤੀ ਸੀ ਆਪਾਂ ਪਹਿਲਾਂ, ਦਰਖਤ ਦੇ ਵਿੱਚ ਜਿਹੜਾ ਫਲ ਟੁੱਟ ਗਿਆ ਇੱਕ ਵਾਰੀ ਨਾ, ਉਹ ਨਹੀਂ ਆ, ਪੱਤਾ ਹੈ, ਪੱਤਾ ਉਨਾ ਹੀ ਸੋਹਣਾ ਲੱਗਦਾ ਹੈ, ਉਨਾ ਹੀ ਵਧੀਆ ਲੱਗਦਾ, ਖੂਬਸੂਰਤ ਲੱਗਦਾ ਹੈ, ਜਿੰਨਾ ਚਿਰ ਉਹ ਟਾਹਣੀ ਦੇ ਨਾਲ ਜੁੜਿਆ ਹੋਇਆ। ਜਦੋਂ ਲੈ ਕੇ ਟੁੱਟ ਗਿਆ ਮੁੜ ਕੇ ਜੁੜ ਹੀ ਨਹੀਂ ਸਕਦਾ, ਉਹ ਖਤਮ। ਇਸੇ ਤਰ੍ਹਾਂ ਸਾਡੇ ਜਿੰਨਾ ਚਿਰ ਸਾਡੇ ਸਾਹ ਹੁੰਦੇ ਨੇ, ਸਾਡੀ ਲਾਈਫ ਹੈ, ਸੋ ਉਸ ਲਾਈਫ ਦਾ ਸਾਨੂੰ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ। ਆਪਾਂ ਹੋਟਲ ਦੇ ਵਿੱਚ ਜਾਂਦੇ ਹਾਂ, ਹੋਟਲ 'ਚ ਕੀ ਕਰਦੇ ਹਾਂ ਕਿ ਇੱਕ ਦਿਨ ਲਈ, 2 ਦਿਨ ਲਈ, ਹਫ਼ਤੇ ਲਈ ਕਮਰਾ ਬੁੱਕ ਕਰਾ ਦਿੰਦੇ ਹਾਂ। ਅਸੀਂ ਸੋਚਦੇ ਹਾਂ ਵੀ ਹੁਣ ਇੱਥੇ ਸਾਰੀ ਜ਼ਿੰਦਗੀ ਰਹਿਣਾ, ਉਸ ਵੇਲੇ ਤਾਂ ਇਹ ਭੁਲੇਖਾ ਹੁੰਦਾ। ਪਰ ਜਦੋਂ ਟਾਈਮ ਆ ਜਾਂਦਾ ਦੂਜੇ ਦਿਨ, ਫਿਰ ਸਾਰਾ ਬਿਸਤਰਾ ਬੋਈਆ ਜਿਹਾ ਇਕੱਠਾ ਕਰਕੇ, ਅਟੈਚੀ ਕਰਕੇ ਕਾਰ 'ਚ ਰੱਖ ਕੇ ਆਪਾਂ ਨੂੰ ਆਉਣਾ ਪੈਂਦਾ, ਕਿਉਂਕਿ ਉਹ ਟੈਂਪਰੇਰੀ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਮਿਲਿਆ ਹੈ, ਇਹ ਟੈਂਪਰੇਰੀ ਹੈ। ਸੋਚ ਕੇ ਦੇਖ ਲਓ, ਸਾਡੇ ਮਾਂ-ਬਾਪ, ਸਾਡੇ ਗ੍ਰੈਂਡ ਪੇਰੈਂਟਸ ਅੱਜ ਉਹ ਕਿੱਥੇ ਨੇ? ਉਹ ਵੀ ਤਾਂ ਸਾਡੇ ਵਾਂਗੂ ਸੀਗੇ, ਸਾਡੇ ਵਾਂਗੂ ਗੱਲਾਂ ਕਰਦੇ ਸੀ। ਅੱਜ ਉਹ ਮਿੱਟੀ ਦੇ ਵਿੱਚ ਰੁਲ ਗਏ, ਮਿੱਟੀ ਦੇ ਵਿੱਚ ਮਿਲ ਗਏ। ਹਾਂਜੀ, ਸੋ ਇਸ ਕਰਕੇ ਤਾਂ ਹੀ ਤਾਂ ਕਿਹਾ ਜੀ ਨਾ, ਮਾਟੀ ਕਹੇ ਕੁਮਾਰ ਕੋ ਕਿਆ ਤੂੰ ਰੋਂਦੇ ਮੋਹ, ਮਾਟੀ ਕਹੇ ਕੁਮਾਰ को क्या तू रोंदे मोह, एक दिन ऐसा आएगा मैं रों दूंगी तोए। ਘੁਮਿਆਰ ਮਿੱਟੀ ਦੇ ਗੁਣ ਗੁਣ ਕੇ ਭਾਂਡੇ ਬਣਾਉਂਦਾ, ਇਹੀ ਹੈ ਨਾ, ਮਿੱਟੀ ਨੂੰ ਗੁਣ ਗੁਣ ਕੇ ਭਾਂਡੇ, ਕਦੇ ਗਲਾਸ, ਕੌਲੀਆਂ, ਜੋ ਕੁਝ ਵੀ ਬਣਾਉਂਦੇ ਨੇ। ਸੋ ਮਿੱਟੀ ਘੁਮਿਆਰ ਨੂੰ ਪੁੱਛਦੀ ਹੈ, ਦ ਪੋਟਰ ਹੈ ਨਾ, ਦ ਕਲੇ ਆਸਕ ਦ ਪੋਟਰ ਵਾਈ ਆਰ ਯੂ ਪਾਉਂਡਿੰਗ ਮੀ, ਕਿ ਮੈਨੂੰ ਕਿਉਂ ਗੁਣ ਗੁਣ ਕੇ ਤੂੰ ਭਾਂਡੇ ਬਣਾਉਣਾ, ਵਾਈ ਆਰ ਯੂ ਪਾਉਂਡਿੰਗ ਮੀ, ਰਿਮੈਂਬਰ ਦੋਜ਼ ਡੇਜ਼ ਵੈਨ ਆਈ ਐਮ ਪਾਉਂਡਿੰਗ ਟੂ ਯੂ। ਕਹਿੰਦੀ ਉਹ ਦਿਨ, ਮਿੱਟੀ ਕਹਿੰਦੀ ਘੁਮਿਆਰ ਨੂੰ, ਉਹ ਦਿਨ ਯਾਦ ਕਰ ਜਦੋਂ ਤੂੰ ਮਰੇਗਾ, ਤੂੰ ਵੀ ਮਿੱਟੀ ਬਣੇਗਾ, ਫਿਰ ਤੇਰੀ ਮਿੱਟੀ ਵੀ ਮੈਂ ਭਾਂਡੇ ਬਣਾਉਂਗੀ। ਸੋ ਇਸੇ ਤਰ੍ਹਾਂ ਹੀ ਕਹਿੰਦੇ ਨੇ ਨਾ, ਲੱਕੜੀ ਕਹੇ ਲੋਹਾਰ ਕੋ ਕਿਆ ਤੂੰ ਜਾਰੇ ਮੋਹ, ਇੱਕ ਦਿਨ ਐਸਾ ਆਏਗਾ ਮੈਂ ਜਾਰੂੰਗੀ ਤੋ। ਇਹੀ ਲੋਹਾਰ ਦੀ ਐਗਜ਼ਾਮਪਲ ਦਿੱਤੀ ਵੀ ਹੈ ਕਿ ਉਹ ਲੱਕੜਾਂ ਨੂੰ ਜਾਲ ਜਾਲ ਕੇ ਕੋਲੇ ਬਣਾਉਂਦਾ ਤੇ ਫਿਰ ਉਹਦੇ 'ਚ ਭਾਂਡੇ ਬਣਾਉਂਦਾ। ਕਹਿੰਦੀ ਲੋਹਾਰ ਨੂੰ, ਕਹਿੰਦੀ ਜਿੱਦਣ ਤੂੰ ਮਰ ਗਿਆ ਨਾ, ਤੇਰੇ ਵੀ ਮੈਂ ਇਸੇ ਤਰ੍ਹਾਂ ਹੀ ਕੋਲੇ ਬਣਾ ਦੇਣੇ। ਸੋ ਇਹੀ ਸਾਡੀ ਹਾਲਤ ਹੈ, ਸਾਡੀ ਹਕੀਕਤ ਵੀ ਇਹੀ ਹੈ। ਹਕੀਕਤ ਇਹੀ ਹੈ ਕਿ ਜਿੰਨਾ ਚਿਰ ਸਾਡਾ ਸਾਹ ਹੈ, ਉਹਨਾਂ ਚਿਰ ਸਾਨੂੰ ਆਪਣੀ ਜ਼ਿੰਦਗੀ ਦੇ ਪਰਪਸ ਨੂੰ ਪਹਿਲਾਂ ਸਮਝੋ, ਫਿਰ ਉਸ ਨੂੰ ਪੂਰਾ ਕਰੋ। ਸੋ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਹੈ, ਆਪਾਂ ਕਹਿੰਦੇ ਪਰਮਾਤਮਾ ਨਾਲ ਮਿਲਾਪ ਕਰਨਾ ਹੈ। ਬਹੁਤ ਸਾਲ ਹੋ ਗਏ, 20 ਸਾਲ 25 ਸਾਲ ਨਾਮਦਾਨ ਵੀ ਲਿਆ, ਕਦੇ ਕੋਈ ਤਰੱਕੀ ਨਹੀਂ ਕੀਤੀ, ਉਹੀ ਹੇਰਾ ਫੇਰੀਆਂ ਕਰੀ ਜਾਂਦੇ ਆ, ਚੌਂਕੜੀ ਜੀ ਮਾਰ ਕੇ ਆਉਂਦੇ ਆ, ਸਤਸੰਗ 'ਚ ਗੇੜਾ ਮਾਰੇ ਹੁੰਦੇ ਆ, ਕੋਈ ਅਸ਼ਰ ਦੀ ਸੇਵਾ ਮਿਲ ਗਈ, ਕਿਸੇ ਨੂੰ ਕੋਈ ਸੈਕਟਰੀ ਦੀ ਮਿਲ ਗਈ, ਕੋਈ ਨੂੰ ਰਿਪਰੈਜ਼ੈਂਟੇਟਿਵ ਬਣ ਗਏ। ਆਪਾਂ ਸੋਚਦੇ ਹਾਂ ਪਤਾ ਨਹੀਂ ਕਿੰਨੇ ਕੁ ਪਹੁੰਚੇ ਹੋਣਗੇ, ਥੋਥਾ ਚਨਾ ਬਾਜੇ ਗਨਾ, ਜਦੋਂ ਮਿਹਨਤ ਨਹੀਂ ਕੀਤੀ ਕਿਸੇ ਦੇ ਪੱਲੇ ਕੱਖ ਨਹੀਂ ਹੈ। ਗੱਲਾਂ ਬਹੁਤ ਵਧੀਆ ਕਰਦੇ ਨੇ, ਤਾਂ ਇੱਥੋਂ ਨੀਵੇਂ ਜਿਹੇ ਹੋ ਕੇ ਗੱਲ ਕਰਦੇ। ਗੱਲ ਜੇ ਪੁੱਛਣਾ ਉਹਦੀ ਘਰ ਵਾਲੀ ਨੂੰ ਪੁੱਛ ਲਓ, ਉਹਦੇ ਬੱਚਿਆਂ ਨੂੰ ਪੁੱਛ ਲਓ ਵੀ ਕਿੰਨੀ ਕੁ ਹਲੀਮੀ ਆਈ ਹੈ, ਕਿੰਨੀ ਕੁ ਇਮਾਨਦਾਰੀ ਆਈ ਹੈ, ਕਿੰਨਾ ਕੁ ਝੂਠ ਬੋਲਦਾ, ਕਿੰਨਾ ਕੁ ਸੱਚ ਬੋਲਦਾ, ਕੋਈ ਨਹੀਂ ਹੈ। ਜਦੋਂ ਮਿਹਨਤ ਕਰਾਂਗੇ, ਡਜ਼ਨਟ ਮੈਟਰ ਤੁਹਾਡੇ ਕੋਲ ਕੋਈ ਅਹੁਦਾ ਹੈ, ਕੋਈ ਅਹੁਦਾ ਨਹੀਂ ਹੈਗਾ, ਸੋ ਉਹ ਤੁਹਾਨੂੰ ਫਿਰ ਅਹੁਦਿਆਂ ਦੀ ਲੋੜ ਨਹੀਂ, ਕਿਉਂਕਿ ਤੁਹਾਡੇ ਆਪਣੇ ਆਪ ਤੁਸੀਂ ਅਮੀਰ ਹੋ ਚੁੱਕੇ ਹੁੰਦੇ ਹੋ, ਆਪਣੇ ਆਪ ਮਾਲੋ ਮਾਲ ਹੋ ਚੁੱਕੇ ਨੇ। ਸੈਂਟ ਦੀ ਜਿਹੜੀ ਸ਼ੀਸ਼ੀ ਹੈ, ਸੈਂਟ ਦੀ ਸ਼ੀਸ਼ੀ ਹੈ, ਉਹਦਾ ਢੱਕਣ ਬੰਦ ਵੀ ਰਹੇ ਤਾਂ ਵੀ ਖੁਸ਼ਬੂ ਆਉਂਦੀ ਹੈ, ਜੇ ਢੱਕਣ ਖੋਲ ਦੋਗੇ ਤਾਂ ਫਿਰ ਸ਼ੀਸ਼ੀ ਖਾਲੀ ਹੋ ਜਾਊਗੀ। ਇਸੇ ਤਰ੍ਹਾਂ ਹੀ ਜੇ ਕੋਈ ਬੰਦੇ ਨੇ ਮਿਹਨਤ ਕਰਦਾ, ਥੋੜ੍ਹੀ ਮੋਟੀ ਉਹਨੂੰ ਫਾਇਦਾ ਹੁੰਦਾ ਹੈ, ਪਰ ਉਹਦਾ ਜੇ ਢੰਡੋਰਾ ਪਿੱਟੀ ਚੱਲੇ, ਦਿਖਾਵਾ ਕਰੀ ਚੱਲੇ। ਕਈ ਵਾਰ ਵੀਰ ਦੇਖੇ ਨੇ ਜਿਹੜੇ ਐਵੇਂ ਅੱਖਾਂ ਵਿੱਚ, ਜੋ ਕੋਈ ਬੰਦਾ ਆਇਆ ਤਾਂ ਅੱਖਾਂ 'ਚ ਮੀਚ ਕੇ ਬਹਿੰਦੇ, ਆਲਾ ਸੋਚਦਾ ਪਤਾ ਨਹੀਂ ਇਹ ਕਿੱਥੇ ਪਹੁੰਚਿਆ ਹੋਇਆ। ਉਹ ਜਿਹੜਾ ਡਰਾਮਾ ਉਹਦਾ ਤੁਹਾਡੇ ਵਿੱਚ ਬੈਠਾ, ਦੇਖਣ ਵਾਲਾ ਤਾਂ ਤੁਹਾਡੇ ਪਰਮਾਤਮਾ ਵਿੱਚ ਬੈਠਾ ਵੀ ਇਹ ਕਿੰਨਾ ਕੁ ਪਾਠ ਕਰਦਾ, ਕਿੰਨਾ ਕੁ ਨਹੀਂ ਕਰਦਾ, ਕਿੰਨਾ ਕੁ ਦਿਖਾਵਾ ਕਰਦਾ। ਸੋ ਉੱਥੇ ਦਿਖਾਵੇ ਦਾ ਮਾਰਗ ਨਹੀਂ, ਉੱਥੇ ਸੱਚ ਦਾ ਮਾਰਗ ਹੈ। ਸੋ ਰੱਬ ਨਾਲ ਜਿਹੜਾ ਰੂਮੀ ਹੈ, ਮੌਲਾਨਾ ਰੂਮ, ਉਹਨੇ ਦੱਸਿਆ ਵੀ ਰੱਬ ਨਾਲ ਸਾਡਾ ਮਿਲਾਪ ਕਿਉਂ ਨਹੀਂ ਹੁੰਦਾ। ਉਹਨੇ 5 ਗੱਲਾਂ ਕਹੀਆਂ ਨੇ, ਕਿਉਂਕਿ ਟਾਈਮ ਥੋੜ੍ਹਾ ਹੈ। ਮੈਂ ਚਾਹੁੰਦਾ ਸੀ ਵੀ ਮੌਲਾਨਾ ਰੂਮ ਦੇ ਉੱਪਰ ਵੀ ਇੱਕ ਦਿਨ ਆਪਾਂ ਗੱਲਬਾਤ ਕਰੀਏ। ਉਹ ਸੂਫੀ ਸੰਤ ਸੀਗੇ, ਅਰਬ ਦੇ ਰਹਿਣ ਵਾਲੇ ਸੀਗੇ, ਅਤੇ ਉਹਨਾਂ ਨੇ ਦੱਸਿਆ ਆਪਣੇ ਟੀਚਿੰਗਸ ਦੇ ਵਿੱਚ, ਜੋ ਮੈਂ ਅੰਡਰਸਟੈਂਡ ਕੀਤਾ ਹੈ, ਕਿ ਰੱਬ ਨਾਲ
ਜਾਂ ਸਾਡੀ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਿਉਂ ਨਹੀਂ ਹੁੰਦਾ? ਉਹਦੇ ਵਿੱਚ 5 ਜਿਹੜੀਆਂ ਰੁਕਾਵਟਾਂ ਨੇ, 5 ਹਿੰਡਰੈਂਸਿਸ ਨੇ, 5 ਆਬਸਟੈਕਲਸ ਨੇ। ਰੁਕਾਵਟਾਂ ਕੀ ਨੇ? ਉਹ ਕਹਿੰਦੇ ਪਹਿਲੀ ਜਿਹੜੀ ਰੁਕਾਵਟ ਹੈ ਪਰਮਾਤਮਾ ਨਾਲ ਨਾ ਮਿਲਣ ਦੀ, ਉਹ ਹੈਗਾ ਸ਼ਿਰਕ। ਸ਼ਿਰਕ ਜਿਹੜਾ ਹੈਗਾ ਇਹ ਅਰਬੀ ਭਾਸ਼ਾ ਦਾ ਵਰਡ ਹੈ, ਜਿਹਨੂੰ ਆਪਾਂ ਪੰਜਾਬੀ ਹਿੰਦੀ 'ਚ ਗੁਨਾਹ ਕਹਿ ਸਕਦੇ ਹਾਂ। ਗੁਨਾਹ ਕਿਵੇਂ ਹੈ ਕਿ ਦੇਖੋ, ਮੌਲਾਨਾ ਰੂਮ ਇਹ ਕਹਿੰਦੇ ਨੇ ਕਿ ਇੱਕ ਅੱਲਾ, ਖੁਦਾ, ਪਰਮਾਤਮਾ, ਵਾਹਿਗੁਰੂ ਤੋਂ ਬਿਨਾਂ ਜੇ ਅਸੀਂ ਕਿਸੇ ਹੋਰ ਚੀਜ਼ ਤੋਂ ਆਸ ਰੱਖਦੇ ਹਾਂ ਵੀ ਉਹ ਸਾਡਾ ਦੁੱਖ ਦੇ ਵਿੱਚ ਕੰਮ ਕਰ ਦੂਗਾ, ਸੁੱਖ ਦੇ ਵਿੱਚ ਕੰਮ ਕਰ ਦੂਗਾ, ਇਹ ਗੁਨਾਹ ਹੈ। ਹਮੇਸ਼ਾ ਇੱਕ ਤਾਕਤ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ, ਉਹਦੇ ਵਿੱਚ ਯਕੀਨ ਹੋਣਾ ਚਾਹੀਦਾ ਹੈ। ਜੇ ਅਸੀਂ ਦੇਖੋ ਇੱਕ ਪਾਸੇ ਪਰਮਾਤਮਾ ਨੂੰ ਵੀ ਮੰਨਦੇ ਹਾਂ, ਦੂਜੇ ਪਾਸੇ ਕਿਸੇ ਦੁਕਾਨ ਦੇ ਉੱਤੇ ਜੇ ਦੁਕਾਨ ਨਹੀਂ ਚੱਲਦੀ ਆਪਾਂ ਨਿੰਬੂ ਵੀ ਟੰਗ ਲੈਂਦੇ ਹਾਂ, ਮਿਰਚਾਂ ਵੀ ਟੰਗ ਲੈਂਦੇ ਹਾਂ। ਫਿਰ ਜੋਤਸ਼ੀਆਂ ਕੋਲੇ ਜਾਂਦੇ ਹਾਂ ਕਿ ਮੇਰੇ ਮੁੰਡੇ ਦਾ ਕੁੜੀ ਦਾ ਵਿਆਹ ਕਿਉਂ ਨਹੀਂ ਹੋਇਆ, ਵੀ ਗ੍ਰਹਿ ਦੇਖ ਕੀ ਗੱਲ ਹੈ। ਸ਼ਨੀਵਾਰ ਨੂੰ ਜਾ ਕੇ ਮੰਦਿਰ 'ਚ ਤੇਲ ਵੀ ਚੜਾਇਆ ਆਉਂਦੇ ਹਾਂ, ਹਾਂਜੀ। ਤੇ ਰਾਧਾ ਸਵਾਮੀਆਂ ਦਾ ਨਾਮ ਲੈ ਕੇ ਗੁਰਦੁਆਰੇ ਵੀ ਜਾਂਦੇ ਹਾਂ, ਗੁਰਦੁਆਰੇ ਜਾ ਕੇ ਮੰਦਿਰ 'ਚ ਵੀ ਜਾਈਏ, 4 ਸਵੇਰੇ ਤੁਰੇ ਫਿਰਦੇ ਵੀ ਸਭ ਨੂੰ ਰਾਜੀ ਰੱਖੋ। ਬਿਜ਼ਨਸ ਦੇ ਉੱਤੇ ਦੇਖ ਲਓ ਜਿਹੜੀਆਂ ਦੁਕਾਨਾਂ ਹੁੰਦੀਆਂ, ਖਾਸ ਕਰਕੇ ਮੈਂ ਲੁਧਿਆਣੇ ਦੇਖੀਆਂ ਨੇ, ਉੱਥੇ ਕ੍ਰਿਸ਼ਨ ਜੀ ਦੀ ਵੀ ਫੋਟੋ ਲੱਗੀ ਹੁੰਦੀ ਹੈ, ਗੁਰੂ ਨਾਨਕ ਸਾਹਿਬ ਦੀ ਹੁੰਦੀ ਹੈ, ਰਾਧਾ ਸਵਾਮੀ ਨੂੰ ਦੂਜੇ ਰਾਧਾ ਸਵਾਮੀ ਦੀ। ਰਾਧਾ ਸਵਾਮੀ ਕਈ ਤਰ੍ਹਾਂ ਦੇ ਨੇ। ਅੱਲਾ ਕਹਿੰਦਾ ਵੀ ਚਲੋ ਜਿਹੜਾ ਵੀ ਗਾਹਕ ਆਗਾ, ਜਿਹਦਾ ਭਗਤ ਹੋਗਾ, ਮੈਂ ਉਹਨੂੰ ਲੁੱਟੂੰਗਾ। ਸੋ ਇਸ ਕਰਕੇ ਜਿਹੜਾ ਸ਼ਿਰਕ ਹੈ, ਮੁਹੰਮਦ ਰੂਮੀ ਕਹਿੰਦੇ ਉਹ ਇਹ ਹੈ ਵੀ ਇੱਕ ਚੀਜ਼ ਤੋਂ ਬਿਨਾਂ, ਇੱਕ ਕੁੱਲ ਪਰਮਾਤਮਾ ਅੱਲਾ ਵਾਹਿਗੁਰੂ ਤੋਂ, ਖੁਦਾ ਤੋਂ ਬਿਨਾਂ ਦੂਜੀਆਂ ਚੀਜ਼ਾਂ 'ਚ ਜਿਹੜਾ ਯਕੀਨ ਕਰਦਾ, ਇਹ ਗੁਨਾਹ ਹੈ। ਇਹਦਾ ਮਤਲਬ ਸਾਡਾ ਉਹ ਰੱਬ ਦੇ ਵਿੱਚ ਪੱਕਾ ਯਕੀਨ ਨਹੀਂ ਹੈ, ਇਸ ਕਰਕੇ ਮਿਲਾਪ ਨਹੀਂ ਹੁੰਦਾ। ਜਦੋਂ ਅਸੀਂ ਫਰਮ ਹੁੰਦੇ ਹਾਂ ਇੱਕੋ ਚੀਜ਼ ਦੇ ਉੱਤੇ, ਇੱਕੋ ਹੀ ਚੀਜ਼ ਨੂੰ ਮੰਨ ਕੇ ਚੱਲਦੇ ਹਾਂ, ਉਹ ਹਮੇਸ਼ਾ ਸਾਡਾ ਫਾਇਦੇ ਹੋਣ ਦਾ ਕਾਰਨ ਬਣਦੀ ਹੈ। ਜਦੋਂ ਅਸੀਂ ਸਾਰੇ ਪਾਸੇ ਹੀ ਰੱਖਦੇ ਹਾਂ ਤੇ ਫਿਰ ਉਸੇ ਤਰ੍ਹਾਂ ਦੇ ਸਾਨੂੰ ਫਾਇਦਾ ਹੋਊਗਾ। ਦੂਜੀ ਗੱਲ ਉਹਨਾਂ ਨੇ ਕਿਹਾ ਕਿਉਂ ਨਹੀਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ? ਝੂਠ। ਸਾਚ ਬਰਾਬਰ ਤਪ ਨਹੀਂ, ਝੂਠ ਬਰਾਬਰ ਪਾਪ, ਜਿਸਕੇ ਹਿਰਦੇ ਸਾਚ ਹੈ ਉਨਕੇ ਹਿਰਦੇ ਆਪ। ਕਿਹੜਾ ਬੰਦਾ ਹਮੇਸ਼ਾ ਸੱਚ ਬੋਲਦਾ ਹੈ ਉਹੀ ਤਰੱਕੀ ਕਰ ਸਕਦਾ। ਜਿਹਨੇ ਗੱਲ-ਗੱਲ 'ਚ ਝੂਠ ਬੋਲੀ ਹੈ ਨਾ, ਛੋਟੀਆਂ-ਛੋਟੀਆਂ ਗੱਲਾਂ ਝੂਠ। ਬੰਦੇ ਸੇਵਾ ਤੇ ਜਾਂਦੇ ਨੇ ਪ੍ਰਾਪਰਟੀ ਤੇ, ਉੱਥੇ ਘਰੋਂ ਤਾਂ ਲੇਟ ਜਾਂਦੇ ਨੇ, ਜਦੋਂ ਪੁੱਛੋ ਵੀ ਲੇਟ ਹੋ ਗਿਆ, ਬਸ ਉਹ ਸੜਕ ਦੇ ਉੱਤੇ ਜੀ ਟ੍ਰੈਫਿਕ ਬਹੁਤ ਸੀ, ਉਹਨੂੰ ਐ ਨਹੀਂ ਪਤਾ ਭਾਈ ਸਾਹਿਬ ਅੱਜ ਕੱਲ੍ਹ ਕੈਮਰੇ ਲੱਗੇ ਨੇ, ਉਸ ਤੇਰੇ ਪਿੱਛੇ ਹੀ ਕਾਰ ਹੋਵੇ ਉਹਦੀ, ਉਹਨੇ ਦੇਖਿਆ ਹੋਵੇ ਵੀ ਤਾਂ ਆਈ ਲੇਟ ਆ, ਕੋਈ ਉੱਥੇ ਟ੍ਰੈਫਿਕ ਨਹੀਂ ਸੀਗੀ। ਛੋਟੀਆਂ-ਛੋਟੀਆਂ ਗੱਲਾਂ ਦੇ ਝੂਠ, ਹਾਂਜੀ। ਇਸ ਕਰਕੇ ਜਿਹੜਾ ਝੂਠ ਬੋਲਣਾ ਨਾ, ਉਹਦੇ ਨਾਲ ਅਸੀਂ ਕਾਮਯਾਬੀ ਨਹੀਂ ਕਰ ਸਕਦੇ। ਜਦੋਂ ਝੂਠ ਦਾ ਫਿਰ ਝੂਠ ਹੈ, ਫੇਸ ਵੀ ਨਹੀਂ ਕਰ ਸਕਦੇ ਆਪਾਂ। ਹੁਣ ਆਪਾਂ ਕੋਈ ਗਲਤ ਕੰਮ ਕਰਿਆ ਏ ਕਿਸੇ ਪਾਸੇ ਆ ਕੇ, ਤੇ ਘਰਦਿਆਂ ਨੇ ਵੈਸੇ ਹੀ ਫੋਨ ਕਰਦਾ ਕਿੱਥੇ ਹੋ ਜੀ, ਆਪਾਂ ਕਹਿੰਦਾ ਲਾਈਵ ਮਾਰੇ ਗਏ, ਇਹਦਾ ਪਤਾ ਲੱਗ ਗਿਆ ਉਹਨੂੰ। ਜੇ ਅਸੀਂ ਸੱਚ ਬੋਲਦੇ, ਸਾਨੂੰ ਕੀ ਜੋ ਮਰਜ਼ੀ ਉਹਨੇ 'ਚ ਇਹੀ ਕਹਿਣਾ ਵੀ ਰੋਟੀ ਖਾ ਲੈ। ਪਰ ਸਾਡਾ ਜਿਹੜਾ ਝੂਠ ਹੁੰਦਾ, ਅਸੀਂ ਡਰ ਜਾਂਦੇ ਹਾਂ। ਕੰਮ ਕਿਤੇ ਕਰਦੇ ਹੁੰਦੇ ਆ, ਜੌਬ ਕਿਤੇ ਕਰਦੇ ਹੁੰਦੇ, ਉਹਨੂੰ ਪੁੱਛੋ ਕਿੱਥੇ ਆ, ਮੈਂ ਤਾਂ ਕਿਤੇ ਕੰਮ ਨਹੀਂ ਕਰਦਾ, ਫਿਰ ਕਿਸੇ ਗੱਲ 'ਚ ਫਿਰ ਫਸ ਜਾਂਦੇ ਹਾਂ। ਸੋ ਕੋਸ਼ਿਸ਼ ਕਰੋ ਜਦੋਂ ਅਸੀਂ ਸੱਚ ਬੋਲਦੇ ਹਾਂ ਨਾ, ਤੇ ਫਿਰ ਅਸੀਂ ਪਰਮਾਤਮਾ ਦੇ ਨੇੜੇ ਵੀ ਹੁੰਦੇ ਹਾਂ। ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਹਰ ਗੱਲ 'ਚ ਝੂਠ ਹੋਵੇ, ਚਲਾਕੀ ਹੋਵੇ, ਫਿਰ ਅਸੀਂ ਕਾਮਯਾਬ ਨਹੀਂ ਹੋ ਸਕਦੇ। ਸੋ 2 ਗੱਲਾਂ ਉਹਨਾਂ ਨੇ ਕਹੀਆਂ, ਇੱਕ ਸ਼ਿਰਕ, ਇੱਕ ਝੂਠ। ਤੀਜਾ ਹੈਗਾ ਕੀਵਤ। ਕੀਵਤ ਕਹਿੰਦੇ ਨੇ, ਅਰਬੀ ਦਾ ਭਾਸ਼ਾ ਫੇਰ ਹੈ, ਇਹਨੂੰ ਕਹਿੰਦੇ ਨੇ ਕ੍ਰਿਟਿਸਿਜ਼ਮ। ਜਦੋਂ ਅਸੀਂ ਐਵੇਂ ਬਿਨਾਂ ਮਤਲਬੋਂ ਆਲੋਚਨਾ ਕਰੀ ਜਾਂਦੇ ਹਾਂ। ਕ੍ਰਿਟਿਸਿਜ਼ਮ ਉਹ ਹੁੰਦੀ ਹੈ, ਕ੍ਰਿਟਿਸਿਜ਼ਮ ਇੱਕ ਹੁੰਦੀ ਹੈ ਕੰਸਟਰਕਟਿਵ ਕ੍ਰਿਟਿਸਿਜ਼ਮ, ਇੱਕ ਹੁੰਦੀ ਹੈ ਨੈਗੇਟਿਵ ਕ੍ਰਿਟਿਸਿਜ਼ਮ। ਕੰਸਟਰਕਟਿਵ ਤੇ ਇਹ ਹੈ ਵੀ ਜੇ ਹੁਣ ਬੰਦੇ ਨੂੰ ਕੋਈ ਸੱਚੇ ਦਿਲੋਂ ਦੱਸੇ ਵੀ ਮੈਂ ਇਹਨੂੰ ਇਹ ਗੱਲ ਦੱਸਾਂ ਵੀ ਤੇਰੇ 'ਚ ਆਹ ਨੁਕਸ ਹੈ, ਜਾਂ ਕੋਈ ਫਰਕ ਕਰੋ, ਤੁਹਾਡੀ ਵਾਈਫ ਰੋਟੀ ਸਬਜ਼ੀ ਬਣਾ ਲੈਂਦੀ ਹੈ ਤੇ ਸਾਨੂੰ ਪਤਾ ਲੱਗਦਾ ਵੀ ਉਹਦੇ ਵਿੱਚ ਨੂਣ ਜ਼ਿਆਦਾ ਪੈ ਗਿਆ। ਹੁਣ ਤੁਸੀਂ ਉਹਨੇ ਕੀ ਹੈ ਕਿ ਕ੍ਰਿਟਿਸਿਜ਼ਮ ਤਾਂ ਉਹਨੂੰ ਕਰਨੀ ਹੈ, ਤੁਸੀਂ ਉਹਨੂੰ ਕਹੋ ਵੀ ਭੈਣ ਜੀ ਸਬਜ਼ੀ ਬਹੁਤ ਸਵਾਦ ਬਣਾਈ ਹੈ, ਤੁਸੀਂ ਸਾਰਾ ਕੁਝ ਵਧੀਆ। ਜੇ ਕਿਤੇ ਥੋੜ੍ਹਾ ਜਿਹਾ ਨੂਣ ਘੱਟ ਹੁੰਦਾ ਨਾ, ਫਿਰ ਇੱਕਦਮ ਮਾਸ਼ਾਅੱਲਾ ਇਹਦੇ ਨਾਲ ਵੀ 10 ਗੁਣਾ ਵਧੀਆ ਬਣ ਜਾਣੀ ਸੀ। ਸੋ ਇਸ ਕਰਕੇ ਕ੍ਰਿਟਿਸਾਈਜ਼ ਨਹੀਂ। ਜੇ ਉਂਝੀ ਖਾ ਲਿਆ, ਫਿਰ ਉਂਝੀ ਕਹੋ ਨਹੀਂ ਜੀ ਇਹ ਤਾਂ ਸਾਗ ਕੁਛ ਵੀ ਨਹੀਂ ਆ, ਸਾਡੇ ਘਰ ਦੇ ਸਾਗ, ਮੇਰੀ ਘਰ ਵਾਲੀ ਦਾ ਬਣਿਆ ਸਾਗ ਖਾਓ, ਜੇ ਉਹਨੂੰ ਕੱਖ ਨਾ ਬਣਾਉਣਾ ਦਾ ਹੋਵੇ, ਉਹਨੂੰ ਕ੍ਰਿਟਿਸਿਜ਼ਮ ਕਹਿੰਦੇ ਨੇ। ਸੋ ਜਦੋਂ ਅਸੀਂ ਬਿਨਾਂ ਮਤਲਬ ਕਿਸੇ ਦੀ ਨਿੰਦਿਆ, ਚੁਗਲੀ ਕਰਦੇ ਹਾਂ, ਕ੍ਰਿਟਿਸਾਈਜ਼ ਕਰਦੇ ਹਾਂ, ਉਹ ਵੀ ਪਰਮਾਤਮਾ ਨਾਲ ਅਸੀਂ ਉਹਦੇ ਨਾਲ ਮਿਲਾਪ ਨਹੀਂ ਕਰ ਸਕਦੇ। ਚੌਥੀ ਗੱਲ ਬੁਗਸ। ਬੁਗਸ ਕਿਹਨੂੰ ਕਹਿੰਦੇ ਨੇ? ਛਲ, ਕਪਟ, ਅੰਦਰੋਂ ਹੋਰ ਬਾਹਰੋਂ ਹੋ ਰਹੇ ਅਸੀਂ ਸਾਰੇ ਹੀ ਕਰਦੇ ਹਾਂ। ਚਾਹੇ ਕਿ ਗੁਰਦੁਆਰੇ ਚਲੇ ਜਾਓ, ਮੰਦਿਰ ਚਲੇ ਜਾਓ, ਮਸਜਿਦ ਚਲੇ ਜਾਓ, ਕਿਸੇ ਟੀਚਰ ਕੋਲੇ ਚਲੇ ਜਾਓ, ਟੀਚਰ ਵੀ ਕੀ ਹੈ ਬੜੀਆਂ ਵਧੀਆ ਗੱਲਾਂ ਕਰਦਾ, ਆਪ ਕੁਛ ਨਹੀਂ ਦਾ। ਮੈਂ ਦੇਖਿਆ ਜਿਹੜੇ ਸਕੂਲਾਂ ਦੇ ਵਿੱਚ ਟੀਚਰ ਨੇ, ਕੀ ਮਤਲਬ ਸਾਰੇ ਨਹੀਂ ਮੈਂ ਕਹਿੰਦਾ ਹੁੰਦਾ ਕਦੇ ਵੀ, ਕੁਛ ਬੰਦੇ ਬਹੁਤ ਵਧੀਆ ਵੀ ਹੁੰਦੇ ਨੇ, ਕੁਛ ਬੰਦੇ ਐਵੇਂ ਹੁੰਦੇ ਨੇ ਆਲਾ ਕਹਿੰਦਾ ਪਤਾ ਨਹੀਂ ਰੱਬ ਦਾ ਰੂਪ ਹੈ, ਵਿੱਚੋਂ ਕੁਛ ਹੁੰਦਾ। ਇਸ ਤਰ੍ਹਾਂ ਜਿਹੜੇ ਪੰਡਿਤ ਜੀ ਨੇ, ਭਾਈ ਜੀ ਨੇ, ਪ੍ਰੋਹਤ ਨੇ, ਹੋਰ ਨੇ, ਸੰਤ ਨੇ, ਸਤਸੰਗ ਕਰਨ ਵਾਲੇ ਨੇ, ਸੰਤ ਬਾਬੇ ਨੇ, ਹਾਂਜੀ, ਉੱਪਰੋਂ ਦੇਖਣ ਨੂੰ ਲੱਗਦਾ ਵੀ ਇਹ ਤਾਂ ਰੱਬ ਦਾ ਰੂਪ ਨੇ, ਵਿੱਚੋਂ ਕਿਸ ਹੁੰਦੇ ਨੇ ਉਹ ਜਿਹੜਾ ਫਸਿਆ ਨਹੀਂ ਸਰਸੇ ਵਾਲਾ, ਲੱਗਦਾ ਤਾਂ ਰੱਬ ਹੀ ਸੀ, ਅੰਦਰ ਕੀ ਕਰੀ ਜਾਂਦਾ ਸੀਗਾ, ਬਾਪੂ ਆਸਾਰਾਮ ਕੀ ਕਰੀ ਜਾਂਦਾ ਸੀ। ਇਸ ਤਰ੍ਹਾਂ ਜਿਹੜੇ ਹਾਲੇ ਬਚੇ ਹੋਏ ਨੇ ਉਹ ਵੀ ਫਸ ਜਾਣਗੇ ਟਾਈਮ ਪਾ ਕੇ। ਸੋ ਕੋਈ ਨਹੀਂ, ਰੱਬ ਦੇ ਘਰ 'ਚ ਕਹਿੰਦੇ ਦੇਰ ਆ ਅੰਧੇਰ ਨਹੀਂ। ਸੋ ਬੁੱਗਸ ਨਹੀਂ ਹੋਣਾ ਚਾਹੀਦਾ, ਛਲ ਕਪਟੀ ਨਹੀਂ ਹੋਣਾ ਚਾਹੀਦਾ, ਇਹ ਵੀ ਰੁਕਾਵਟ ਹੈ ਪਰਮਾਤਮਾ ਨਾਲ। ਇੱਕ ਹੈਗੀ ਅਨਾ। ਅਨਾ ਕਿਹਨੂੰ ਕਹਿੰਦੇ ਨੇ? ਓਵਰ ਕੌਨਫੀਡੈਂਟ ਨੂੰ।
ਵੀ ਮੈਂ ਹੀ ਠੀਕ ਹਾਂ, ਬਸ ਆਪਣੇ ਆਪ ਨੂੰ ਸਭ ਤੋਂ ਵਧੀਆ ਸਮਝਣਾ ਅਨਾਦ ਹੈ। ਕੋਈ ਗੱਲ ਕਰਦੇ ਜੇ ਹੁਣ ਮੇਰੇ ਮੂੰਹ ਚੋਂ ਨਿਕਲ ਗਈ ਨਾ ਗੱਲ ਵੀ ਇਸੇ ਨਹੀਂ ਮੰਨੋ ਸਾਰੇ, ਮੈਂ ਦੂਜੇ ਦੀ ਗੱਲ ਨਹੀਂ ਮੰਨੀ, ਦੂਸਰੇ ਦਾ ਪੁਆਇੰਟ ਆਫ ਵਿਊ ਨਹੀਂ ਸਮਝਦਾ। ਜਦੋਂ ਸਾਡਾ ਇਸ ਤਰ੍ਹਾਂ ਦੇ 5 ਗੱਲਾਂ ਦੇ ਵਤੀਰੇ ਹੁੰਦੇ ਨੇ ਤਾਂ ਮੌਲਾਨਾ ਰੂਮ ਕਹਿੰਦੇ ਨੇ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਸਾਡਾ ਹੋਣਾ ਬੜਾ ਮੁਸ਼ਕਲ ਹੋ ਜਾਂਦਾ। ਕਿਹੜੀ ਕਿਹੜੀ? ਇੱਕ ਸ਼ਿਰਕ, ਇੱਕ ਝੂਠ, ਇੱਕ ਕੀਵਤ, ਇੱਕ ਬੁਗਸ, ਇੱਕ ਅਨਾ। ਸੋ ਵੈਸੇ ਤਾਂ ਹੋਰ ਵੀ ਨੇ, ਹੰਕਾਰ ਕੱਲਾ ਹੀ, ਕਈ ਵਾਰੀ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਵੀ ਹੰਕਾਰ ਹੈ, ਹੰਕਾਰ ਕਰਕੇ ਅਸੀਂ ਪਰਮਾਤਮਾ ਨਾਲ ਮਿਲਾਪ ਨਹੀਂ। ਹਰ ਬੰਦੇ ਦਾ ਆਪਣਾ ਆਪਣਾ ਦੱਸਣ ਦਾ ਢੰਗ ਹੈ। ਹਾਂਜੀ, ਸੋ ਇਹ ਜਿਹੜਾ ਮੌਲਾਨਾ ਰੂਮ ਹੈ ਉਹਨੇ 5 ਗੱਲਾਂ ਦੱਸੀਆਂ ਨੇ। ਸੋ ਪਰਪਸ ਤਾਂ ਇਹ ਹੈ, ਮੇਨ ਗੱਲ ਤਾਂ ਆਪਣੀ ਘੁੰਮ ਘੁਮਾ ਕੇ ਗੱਲ ਉੱਥੇ ਹੀ ਆਉਂਦੀ ਹੈ। ਉਹ ਇਹੀ ਆਉਂਦੀ ਹੈ ਵੀ ਪਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਜ਼ਿੰਦਗੀ ਥੋੜ੍ਹੇ ਸਮੇਂ ਲਈ ਹੈ, ਸਾਨੂੰ ਸਮਝਣ ਦੀ ਲੋੜ ਹੈ ਕਿ ਜ਼ਿੰਦਗੀ ਇਹ ਕਿਉਂ ਮਿਲੀ ਹੈ, ਇਹਦੇ ਵਿੱਚ ਕੀ ਪਰਪਸ ਹੈ। ਜ਼ਰੂਰ ਖਾਓ ਪੀਓ, ਹੱਸੋ ਖੇਡੋ, ਪੈਸੇ ਕਮਾਓ, ਇਹ ਤਾਂ ਸਾਰੇ ਨੀਡਸ ਨੇ ਸਾਡੀਆਂ, ਪਰ ਇੰਨਾ ਨਾ ਹੋਵੇ ਉਹ 'ਚ ਗਲਤਾਨ ਹੋ ਜਾਏ। ਜਿਸ ਤਰ੍ਹਾਂ ਕਮਲ ਦਾ ਫੁੱਲ ਹੁੰਦਾ ਉਹ ਚਿੱਕੜ ਦੇ ਵਿੱਚ ਰਹਿੰਦਾ ਪਰ ਆਪਣੀ ਜਿਹੜਾ ਫੁੱਲ ਆ ਉੱਪਰ ਰੱਖਦਾ। ਇਸੇ ਤਰ੍ਹਾਂ ਤੁਸੀਂ ਦੁਨੀਆ ਦੇ ਵਿੱਚ ਨਾ ਲਿਬੜੋ, ਤੁਸੀਂ ਜ਼ਰੂਰ ਮੂਵੀ ਵੀ ਦੇਖੋ, ਸੌਵੋ ਵੀ, ਕਮਾਉਣਾ ਵੀ ਹੈ, ਬੱਚਿਆਂ ਦੀ ਵੀ ਦੇਖਭਾਲ ਕਰਨੀ ਹੈ, ਘਰ ਵੀ ਬਣਾਉਣੇ ਨੇ, ਪਰ ਇੰਨਾ ਨਾ ਖੁੱਭ ਜੋ ਕਿ ਪਾਠ ਕਰਨ ਨੂੰ ਕੋਈ ਟਾਈਮ ਹੀ ਨਾ ਮਿਲੇ, ਰੱਬ ਨੂੰ ਯਾਦ ਕਰਨ ਦਾ ਕੋਈ ਟਾਈਮ ਹੀ ਨਾ ਮਿਲੇ, ਆਪਣੇ ਆਪ ਨੂੰ ਯਾਦ ਕਰਨ ਦਾ ਕੋਈ ਟਾਈਮ ਨਾ ਮਿਲੇ। ਹਾਂਜੀ, ਵੀ ਬਸ ਹਰ ਵਕਤ ਬਿਜ਼ੀ, ਮੇਰੇ ਕੋਲ ਟਾਈਮ ਨਹੀਂ, ਮੇਰੇ ਕੋਲ ਟਾਈਮ ਨਹੀਂ। ਜਿਹਨੂੰ ਪੁੱਛੋ ਟਾਈਮ ਕਿੱਥੇ ਹੈ, ਟਾਈਮ ਕਿੱਥੇ ਆ ਜੀ? ਉਹ ਟਾਈਮ ਭਾਈ ਸਾਹਿਬ ਜਿਸ ਦਿਨ ਮਿਲ ਜਾਣਾ ਨਾ, ਫਿਰ ਟਾਈਮ ਹੀ ਟਾਈਮ ਹੋਣਾ, ਫਿਰ ਪਛਤਾਓਗੇ ਡੱਬੇ 'ਚ ਕਰਤਾ ਬੰਦ, ਫਿਰ ਤੁਹਾਡੀ ਨਾ ਬਾਂਹ ਹਿਲਣੀ ਹੈ ਲੱਤ ਹਿਲਣੀ ਹੈ। ਟਾਈਮ ਤਾਂ ਕੱਢਣ ਦੀ ਲੋੜ ਹੈ। ਜੇ ਪੈਸੇ ਕਮਾਉਣ ਲਈ ਅੱਜ ਤੁਹਾਨੂੰ ਕੋਈ ਇੰਪਲਾਇਰ ਆਪਣਾ ਇਹ ਗੱਲ ਕਹਿ ਦੇ ਕਿ ਸਵੇਰੇ ਜੀ 3 ਵਜੇ ਆਇਓ, ਫੈਕਟਰੀ 'ਚ ਆਪਣੇ ਜੌਬ ਹੈ, ਮੈਡੀਕਲ ਸੈਂਟਰ, ਤੁਸੀਂ ਸਵੇਰੇ 3 ਵਜੇ ਆਪਾਂ ਕੰਮ ਕਰਨਾ ਤੇ ਤੁਹਾਨੂੰ 2 ਗੁਣਾ ਪੈਸੇ ਡਬਲ ਮਿਲਣਗੇ। ਦੇਖੋ ਸਾਰੀ ਰਾਤ ਨੂੰ ਜਾਗ ਆਉਂਦੀ ਹੈ ਕਿ ਨਹੀਂ ਆਉਂਦੀ? ਉਦੋਂ ਤਾਂ ਸਾਡੀ ਨੀਂਦਾਂ ਉੱਡ ਜਾਂਦੀਆਂ ਨੇ ਸਿਰਫ ਪੈਸਿਆਂ ਕਰਕੇ। ਹਾਂਜੀ, ਸੋ ਇਹ ਚੀਜ਼ ਨੂੰ ਅਸੀਂ ਇੰਪੋਰਟੈਂਸ ਦਿੰਦੇ ਹਾਂ, ਪਰ ਜਿਹੜਾ ਅਸੀਂ ਕਹਿੰਦੇ ਹਾਂ ਨਾ ਵੀ ਪਾਠ ਕਰਨਾ ਹੈ, ਚੌਂਕੜੀ ਮਾਰਨੀ ਹੈ, ਹਾਂਜੀ 5 ਬਾਣੀਆਂ ਦਾ ਪਾਠ ਪੜ੍ਹਨਾ, ਇਹਦੇ ਲਈ ਟਾਈਮ ਨਹੀਂ ਹੈ। ਇਹਦੇ ਲਈ ਟਾਈਮ ਹੈ ਕਿਉਂਕਿ ਅਸੀਂ ਇਹਨੂੰ ਇੰਪੋਰਟੈਂਸ ਨਹੀਂ ਦਿੰਦੇ। ਸੋ ਇਸੇ ਕਰਕੇ ਜਿਹੜੀ ਚੀਜ਼ ਦੀ ਇੰਪੋਰਟੈਂਸ ਹੈ ਉੱਧਰ ਅਸੀਂ ਪਿੱਟ ਕੀਤੀ ਵੀ ਹੈ, ਜਿਹਦੀ ਚੀਜ਼ ਦੀ ਇੰਪੋਰਟੈਂਸ ਨਹੀਂ ਉੱਧਰ ਅਸੀਂ ਦਿਨ ਰਾਤ ਭੱਜੇ ਫਿਰਦੇ ਹਾਂ। ਜਿਹੜਾ ਕਿ ਸਾਡੀ ਜ਼ਿੰਦਗੀ ਦਾ ਜਿਹੜਾ ਮਿਸ਼ਨ ਹੈ ਉਹਦੇ ਨਾਲ ਸਾਨੂੰ ਕਾਮਯਾਬ ਨਹੀਂ ਮਿਲਦੀ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਆਪਾਂ ਰਲ ਮਿਲ ਕੇ ਗੱਲ ਕਰਦੇ, ਕਿਸੇ ਨੂੰ ਕੋਈ ਮੈਂ ਤਾਂ ਨਹੀਂ ਕਹਿੰਦਾ, ਮੈਂ ਤੁਹਾਨੂੰ ਸਮਝਾ ਰਿਹਾ, ਤੁਸੀਂ ਮੈਨੂੰ ਤਾਂ ਜੋ ਕੁਝ ਮੈਂ ਸਿੱਖਿਆ ਜ਼ਿੰਦਗੀ ਦੇ ਵਿੱਚ ਵੀ ਇਹ ਕਰ ਕੇ ਦੇਖ ਲਿਆ। ਕੁਛ ਕੱਢਣ ਪਾਉਣ ਨੂੰ ਜਿੰਨੀਆਂ ਮਰਜ਼ੀ ਰਿਸ਼ਤੇਦਾਰੀਆਂ ਨਾਲ ਮੇਲ ਮਿਲਾਪ ਕਰ ਲਓ, ਜਿੰਨੇ ਮਰਜ਼ੀ ਖਾ ਲਓ ਪੀ ਲਓ, ਜਿੰਨੀਆਂ ਮਰਜ਼ੀ ਪਾਵਰਾਂ ਜਿੰਨੇ ਮਰਜ਼ੀ ਪੜ੍ਹਾਈਆਂ ਕਰ ਲਓ ਅਤੇ ਜਿੰਨੇ ਮਰਜ਼ੀ ਪੈਸੇ ਕਮਾ ਲਓ, ਗੱਲ ਕੀ ਹੈ ਅਖੀਰ 'ਚ ਸੁੱਖ ਉਹੀ ਹੈ। ਸੋ ਜਿਹੜਾ ਹੈਗਾ ਵੀ ਜਦੋਂ ਤੁਸੀਂ ਅੰਦਰੋਂ ਤਰੱਕੀ ਕਰੋਗੇ, ਮਿਹਨਤ ਕਰੋਗੇ, ਉਹਦੇ ਲੜ ਲੱਗੋਗੇ, ਫਿਰ ਤੁਹਾਨੂੰ ਅਸਲੀ ਖੁਸ਼ੀ ਮਿਲਦੀ ਹੈ। ਉਹੀ ਤੁਹਾਡਾ ਪ੍ਰੋਟੈਕਟ ਕਰਦਾ, ਜਿਹਦੇ ਕਿ ਹਾਥੀ ਕੇ ਪਾँव ਮੇਂ ਸਭ ਕਾ ਪਾँव। ਜੇ ਸਾਡਾ ਪਿਓ ਮਨਿਸਟਰ ਹੋਵੇ, ਕਿਸੇ ਦੀ ਮਜਾਲ ਹੈ ਕੋਈ ਸਾਨੂੰ ਰੋਹ ਮਾਰ ਜੇ। ਸੋ ਜੇ ਸਾਡਾ ਪਿਓ ਪਰਮਾਤਮਾ ਹੈ, ਉਹਦੇ ਨਾਲ ਲੱਗੇ ਹੋਏ ਆ, ਕਿਸੇ ਦੀ ਕੀ ਤਾਕਤ ਹੈ ਦੁਨੀਆ ਦੀ ਵੀ ਸਾਡੇ ਕੋਲ ਵਿਗਾੜ ਜੇ। ਸੋ ਲੱਗਣ ਦੀ ਤਾਂ ਲੋੜ ਸਾਨੂੰ ਸਿੰਸੀਅਰ ਆਪਣੇ ਪਰਮਾਤਮਾ ਦੇ ਨਾਲ ਹੈ, ਆਪਣੇ ਪਿਓ ਦੇ ਨਾਲ ਹੈ। ਹਾਂਜੀ, ਜਦੋਂ ਅਸੀਂ ਆਪਣੇ ਪਿਓ ਦੇ ਨਾਲ ਲੱਗ ਜਾਵਾਂਗੇ ਤਾਂ ਅਸੀਂ ਬੇਫਿਕਰ ਹੋ ਜਾਵਾਂਗੇ, ਪਰ ਹਾਲੇ ਜੇ ਅਸੀਂ ਲੱਗੇ ਹੀ ਨਹੀਂ ਤੇ ਫਿਰ ਪਿਓ ਵੀ ਕੀ ਕਰੂਗਾ। ਹਾਂਜੀ, ਸੋ ਇਸ ਕਰਕੇ ਅਸਲੀ ਜਿਹੜਾ ਸਾਡਾ ਪਰਮਾਤਮਾ ਹੈ ਉਹ ਸਾਡਾ ਫਾਦਰ ਹੈ। ਇਸੇ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ, ਆਈ ਐਂਡ ਮਾਈ ਫਾਦਰ ਆਰ ਵਨ, ਆਮ ਇਨ ਦਾ ਫਾਦਰ ਐਂਡ ਫਾਦਰ ਇਜ਼ ਇਨ ਮੀ, ਕਿ ਮੈਂ ਪਰਮਾਤਮਾ ਜਾਂ ਪਰਮਾਤਮਾ ਮੇਰੇ 'ਚ ਉਹੀ ਹੈ ਕਿ ਵੀ ਆਰ ਦਾ ਪੋਟੈਂਸ਼ੀਅਲ ਗॉड। ਇਹ ਆਤਮਾ ਜਿਹੜੀ ਹੈਗੀ ਹੈ, ਜਿਸ ਤਰ੍ਹਾਂ ਸਮੁੰਦਰ ਦੇ ਵਿੱਚ 2-4 ਮਿੰਟ ਵਾਸਤੇ ਲਹਿਰਾਂ ਉੱਠਦੀਆਂ ਨੇ, ਵਾਪਸ ਜਾ ਕੇ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀਆਂ, ਇਸੇ ਤਰ੍ਹਾਂ ਜਿਹੜੀ ਸਾਡੀ ਆਤਮਾ ਹੈ ਜਦੋਂ ਮਰ ਜਾਵਾਂਗੇ ਉਹ ਪਰਮਾਤਮਾ ਵਿੱਚ ਸਮਾ ਜਾਊਗੀ ਅਤੇ ਮੁੜ ਕੇ ਫਿਰ ਆ ਜਾਣੇ। ਪਰ ਅਸੀਂ ਜਿਉਂਦੇ ਜੀ ਉਹਦੇ ਵਿੱਚ ਸਮਾ ਜਾਈਏ ਅਤੇ ਫਿਰ ਸਮੁੰਦਰੀ ਬਣ ਜਾਵਾਂਗੇ, ਅਸੀਂ ਵੀ ਪਰਮਾਤਮਾ ਬਣ ਜਾਵਾਂਗੇ। ਸਾਡੇ ਤੇ ਪਰਮਾਤਮਾ 'ਚ ਕੀ ਫਰਕ ਹੈ? ਇਹ ਐਵੇਂ ਭੁਲੇਖਾ ਲੱਗਦਾ। ਗੁਰੂ ਨਾਨਕ ਸਾਹਿਬ ਆਏ, ਜਦੋਂ ਆਏ ਉਹ ਸਰੀਰ ਦੇ ਵਿੱਚ ਸੀਗੇ, ਉਹਨਾਂ ਨੇ ਆਪਣੇ ਆਪ ਨੂੰ ਪਰਮਾਤਮਾ ਨਾਲ ਮਿਲਾਪ ਕਰ ਲਿਆ, ਪਰਮਾਤਮਾ ਬਣ ਗਏ। ਹਾਂਜੀ, ਸੋ ਇਹੀ ਗੱਲ ਹੈ ਕਿ ਜਿਹੜਾ ਪਰਮਾਤਮਾ ਹੈਗਾ ਉਹ ਕਿਸੇ ਚੀਜ਼ ਦਾ ਨਾਂ ਨਹੀਂ ਹੈ, ਉਹ ਇੱਕ ਤਾਕਤ ਦਾ ਨਾਂ ਹੈ। ਉਹ ਤਾਕਤ ਦੇ ਵਿੱਚ ਲਾਈਟ ਵੀ ਹੈ, ਸਾਊਂਡ ਵੀ ਹੈ। ਸੋ ਆਪਾਂ ਨੈਕਸਟ ਟਾਈਮ ਨੈਕਸਟ ਟੌਪਿਕ 'ਤੇ ਜਦੋਂ ਆਵਾਂਗੇ ਸੋ ਪਰਮਾਤਮਾ ਦੇ ਬਾਰੇ ਹੀ ਗੱਲ ਕਰਾਂਗੇ। ਹਾਲੇ ਮੈਨੂੰ ਇਸ਼ਾਰਾ ਹੋ ਰਿਹਾ ਵੀ ਟਾਈਮ ਆ, ਬੋਲੀ ਚੱਲੋ, ਕਹਿੰਦੇ ਕੋਈ ਗੱਲ ਨਹੀਂ, ਹਾਲੇ ਜਦੋਂ ਮੈਨੂੰ ਇਸ਼ਾਰਾ ਕਰਨਗੇ ਮੈਂ ਬੰਦ ਕਰ ਦੂੰ, ਮੈਨੂੰ ਤਾਂ ਕੋਈ ਫਰਕ ਨਹੀਂ, 1-6 ਘੰਟਾ ਹੋਰ ਚਲਾ ਲਓ। ਸੋ ਆਪਾਂ ਜਿਹੜਾ ਨੈਕਸਟ ਵੀਕ ਆਪਾਂ ਗੱਲ ਕਰਾਂਗੇ ਇਹਦੇ ਉੱਤੇ, ਉਹ ਪਰਮਾਤਮਾ ਦੇ ਬਾਰੇ ਗੱਲ ਕਰਾਂਗੇ। ਪਰਮਾਤਮਾ ਕਹਿੰਦੇ ਕਿਹਨੂੰ ਨੇ, ਕੀ ਉਹ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ, ਜੀਸਸ ਕ੍ਰਾਈਸਟ ਨੂੰ ਕਹਿੰਦੇ ਨੇ, ਅੱਲਾਹ ਨੂੰ ਕਹਿੰਦੇ ਨੇ, ਵਾਹਿਗੁਰੂ ਨੂੰ ਕਹਿੰਦੇ ਨੇ, ਰਾਮਚੰਦਰ ਨੂੰ ਕਹਿੰਦੇ ਨੇ, ਲਕਸ਼ਮੀ ਨੂੰ ਕਹਿੰਦੇ ਨੇ, ਸਰਸਵਤੀ ਨੂੰ ਕਹਿੰਦੇ ਨੇ, ਕਿਹਨੂੰ ਪਰਮਾਤਮਾ ਕਹਿੰਦੇ ਨੇ। ਸੋ ਉਹ ਪਰਮਾਤਮਾ ਜਿਹੜਾ ਹੈਗਾ ਉਹਦੇ ਉੱਤੇ ਗੱਲਬਾਤ ਕਰਾਂਗੇ। ਕੀ ਪ੍ਰੂਫ ਹੈ, ਵਟ ਆਰ ਦਾ ਪ੍ਰੂਫ ਫਾਰ ਦਾ ਐਗਜ਼ਿਸਟੈਂਸ ਆਫ ਗॉड। ਪਰਮਾਤਮਾ ਹੈ ਵੀ ਨਹੀਂ ਹੈਗਾ, ਕਿਸ ਤਰ੍ਹਾਂ ਦੇ ਲੋਕ ਨੇ ਜਿਹੜੇ ਕਹਿੰਦੇ ਨੇ ਹੈਗਾ, ਕੁਝ ਕਹਿੰਦੇ ਨੇ ਨਹੀਂ ਹੈਗਾ, ਜੇ ਹੈਗਾ ਤਾਂ ਕੀ ਉਹਦੇ ਪ੍ਰੂਫ ਨੇ ਅਤੇ ਕਿਸ ਤਰ੍ਹਾਂ ਦਾ ਹੁੰਦਾ। ਇਹ ਆਪਾਂ ਗੱਲਾਂ ਸਿੰਪਲ ਤਰੀਕੇ ਨਾਲ, ਜੋ ਸਾਡੇ ਕਿਉਂਕਿ ਸਾਡੇ ਟੌਪਿਕ ਹੁੰਦੇ ਸੀ ਉਹਨਾਂ ਤੋਂ ਬਹੁਤ ਬੋਰ ਹੁੰਦੇ ਸੀ, ਜਦੋਂ ਪ੍ਰੋਫੈਸਰ ਸਾਹਿਬ ਪੜ੍ਹਾਉਂਦੇ ਹੁੰਦੇ ਸੀ, ਅਵਾਸੀਆਂ ਦੇ ਅਵਾਸੀਆਂ ਮਾਰੀ ਜਾਂਦੇ ਸੀਗੇ। ਅਤੇ ਹੁਣ ਕਿਉਂਕਿ ਮਾਲਕ ਦੀ ਕੋਈ ਰਹਿਮਤ ਹੋ ਗਈ,
ਹੁਣ ਸਮਝ ਆ ਗਈ ਤੇ ਹੁਣ ਨੀਂਦ ਨਹੀਂ ਆਉਂਦੀ, ਹੁਣ ਪਤਾ ਹੈਗਾ ਵੀ ਕੀ ਹੈ। ਅੱਗੇ ਉਹ ਪਤਾ ਨਹੀਂ ਬੋਰਿੰਗ, ਆਪਾਂ ਪਤਾ ਨਹੀਂ ਕਿਹੜੀ ਰੱਬ ਦੀ ਗੱਲ ਕਰਦੇ, ਕੁੜੀ ਕਾੜੀ ਦੀ ਗੱਲ ਕਰਦਾ ਨਹੀਂ, ਜਿਵੇਂ ਬੁੱਲੇ ਸ਼ਾਹ ਕਰਦੇ ਹੁੰਦੇ ਸੀ ਵੀ ਇਹ ਰੱਬ ਦੀਆਂ ਗੱਲਾਂ ਕਰੀਆਂ, ਆਤਮਾ ਦੀਆਂ, ਅਸੀਂ ਕੀ ਲੈਣਾ ਤੋਂ ਆਤਮਾ ਉਤਮਾ ਜਿਹੀਆਂ ਤੋਂ। ਪਰ ਜਦੋਂ ਉਹਦੀ ਵੈਲਿਊ ਉਹਦੀ ਸੀ, ਜਦੋਂ ਸਮਝ ਆ ਗਏ ਤਾਂ ਧੰਨ ਭਾਗ ਉਹਦੇ। ਸੋ ਇਸ ਕਰਕੇ ਮੇਰੇ ਖਿਆਲ ਹੁਣ ਪ੍ਰੋਗਰਾਮ ਸਮਾਪਤੀ ਦੀ ਵੱਲ ਹੈ। ਸੋ ਮੇਰੀ ਅਖੀਰ ਦੇ ਵਿੱਚ ਇਹੀ ਗੱਲ ਤੁਹਾਨੂੰ ਬੇਨਤੀ ਹੈ ਕਿ ਤੁਸੀਂ YouTube ਦੇ ਉੱਤੇ ਜਾ ਕੇ ਮੇਰੇ ਚੈਨਲ ਦੇਖ ਸਕਦੇ ਹੋ। ਮੈਡੀਕਲ ਦੇ ਵੀ ਨੇ, ਸਪਿਰਿਚੁਅਲ ਵੀ ਨੇ, ਪੋਲੀਟੀਕਲ ਵੀ ਨੇ, ਸੋਸ਼ਲ ਵੀ ਨੇ। ਸੋ ਉਹਦੇ ਲਈ ਜਾਣ ਲਈ ਬੜਾ ਸਿੰਪਲ ਤਰੀਕਾ ਹੈ ਕਿ ਮੇਰਾ ਨਾਮ ਪਾ ਦਿਓ ਡਾਕਟਰ ਨਰਿੰਦਰ ਰਵੀ ਗੋਇਲ, ਤੁਸੀਂ YouTube ਤੇ ਚਲੇ ਜਾਓਗੇ, ਤੁਸੀਂ ਚੈਨਲ ਦੇਖ ਸਕਦੇ ਹੋ। ਜੇ ਫੇਸਬੁੱਕ ਤੇ ਦੇਖਣਾ ਤਾਂ ਤੁਸੀਂ ਫੇਸਬੁੱਕ ਤੇ ravigoyal.ca ਪਾ ਦਿਓ, ਫੇਸਬੁੱਕ ਤੇ ਚਲੇ ਜਾਓਗੇ। ਤੇ ਜੇ ਵੈਬਸਾਈਟ ਦੇਖਣੀ ਹੈ ਤਾਂ ਵੀ ਤੁਸੀਂ ਡਾਕਟਰ ਨਰਿੰਦਰ ਰਵੀ ਪਾ ਦਿਓ, ਤੇ ਤੁਹਾਨੂੰ ਮੇਰੀ ਜਿਹੜੀ ਬੁੱਕ ਲਿਖੀ ਵੀ ਹੈ ਅਮਰੀਕਾ 'ਚ ਪਬਲਿਸ਼ ਹੋਈ, ਇੰਪੋਰਟੈਂਸ ਆਫ ਪਰਫੈਕਟ ਲਿਵਿੰਗ ਮਾਸਟਰ, ਆਪਣੇ ਸਕੂਲ ਦੀਆਂ, ਕਾਲਜ ਦੀਆਂ, ਯੂਨੀਵਰਸਿਟੀ ਦੀਆਂ, ਉਹਦੇ ਵਿੱਚ ਪਿਕਚਰਸ ਵੀ ਪਾਈਆਂ, ਪੋਲੀਟੀਕਲ ਐਕਟੀਵਿਟੀ ਪਾਈ ਹੈ, ਉਹਦੇ ਵਿੱਚ ਵੀ TV ਦੇ ਸਾਰੇ ਸ਼ੋਅ ਨੇ, ਰੇਡੀਓ ਦੇ ਸਾਰੇ ਸ਼ੋਅ ਨੇ। ਸੋ ਤੁਸੀਂ ਉੱਥੇ ਜਾ ਕੇ ਵੀ ਮੇਰੀ ਵੈਬਸਾਈਟ ਦੇ ਉੱਤੇ ਵੀ ਜਾ ਕੇ ਦੇਖ ਸਕਦੇ ਹੋ ਮੈਂ ਕੌਣ ਸੀ, ਕਿਹੋ ਜਿਹਾ ਸੀ, ਕਿੰਨਾ ਕੁ ਪੜ੍ਹਿਆ, ਕਿੰਨਾ ਕੁ ਲਿਖਿਆ, ਕਿੰਨੀਆਂ ਸ਼ਰਾਰਤਾਂ ਕੀਤੀਆਂ, ਸਾਰੀਆਂ ਉਹਦੇ ਵਿੱਚ ਪਾਈਆਂ ਵੀ ਹੈ। ਤੇ ਤੁਸੀਂ ਵੀ ਕਈ ਵਾਰੀ ਯਾਰ ਦੋਸਤ ਵੀ ਹੋਣਗੇ ਉਸ ਟਾਈਮ ਦੇ, ਉਹਨਾਂ ਨਾਲ ਵੀ ਸਾਂਝ ਪੈ ਜਾਊਗੀ। ਸੋ ਇਸ ਕਰਕੇ ਅੱਜ ਪਤਾ ਨਹੀਂ ਟਾਈਮ ਕਿਉਂ ਨਹੀਂ ਨਿਕਲ ਰਿਹਾ, ਮੈਂ ਤਾਂ ਬੋਲ ਕੇ ਵੀ ਥੱਕ ਗਿਆ, ਕਿਉਂਕਿ ਅੱਜ ਮੇਰੇ ਕੋਲ ਅੱਗੇ 45 ਮਿੰਟ ਦਾ ਹੁੰਦਾ ਸੀ, ਹੁਣ 1 ਘੰਟੇ ਦਾ ਅੱਜ ਤੋਂ ਸ਼ੁਰੂ ਹੋ ਗਿਆ ਪ੍ਰੋਗਰਾਮ। ਸੋ ਡਜ਼ਨਟ ਮੈਟਰ। ਸੋ ਨੈਕਸਟ ਵੀਕ ਆਪਾਂ ਪਰਮਾਤਮਾ ਦੇ ਉੱਤੇ ਗੱਲ ਕਰਾਂਗੇ, ਪ੍ਰੂਫ ਫਾਰ ਦਾ ਐਗਜ਼ਿਸਟੈਂਸ ਆਫ ਗੋਡ, ਗੋਡ ਕਿਹਨੂੰ ਕਹਿੰਦੇ ਨੇ, ਕਿਸ ਤਰ੍ਹਾਂ ਹੁੰਦਾ ਤੇ ਕੀ ਗੱਲਬਾਤ ਹੁੰਦੀ ਹੈ, ਉਹਦੇ ਉੱਤੇ ਗੱਲਬਾਤ ਕਰਾਂਗੇ। ਸੋ ਤੁਸੀਂ ਵੀਰਵਾਰ ਨੂੰ ਇਸ 13 ਨੂੰ ਆਪਣੇ ਮੇਰੇ YouTube ਦੇ ਉੱਤੇ ਚੈਨਲ ਤੇ ਜਾ ਕੇ ਜਾਂ ਫੇਸਬੁੱਕ ਦੇ ਉੱਤੇ ਜਾ ਕੇ ਲੋਹੜੀ ਦਾ ਜਿਹੜਾ ਮੈਂ ਰਿਕਾਰਡ ਕਰੂੰਗਾ ਪ੍ਰੋਗਰਾਮ, ਪੂਰੀ ਹਿਸਟਰੀ ਕੋਸ਼ਿਸ਼ ਕਰਾਂਗਾ ਬਿਆਨ ਕਰਨ ਦੀ। ਪਰ ਇਹ ਗੱਲ ਹੈ, ਮੈਂ ਤਾਂ ਕਹੀ ਨਾ ਮੈਂ ਕਰੂੰਗਾ, ਜੇ ਪ੍ਰਮਾਤਮਾ ਨੇ ਚਾਹਿਆ ਤਾਂ ਕੁਝ ਵੀ ਨਹੀਂ ਹੋਣਾ। ਅੱਜ ਤੁਹਾਡੇ ਸਾਹਮਣੇ ਹੋਇਆ ਕਿ ਮੈਂ ਫੇਸਬੁੱਕ ਤੇ, ਮੈਨੂੰ ਹਮੇਸ਼ਾ ਪਤਾ ਵੀ ਬਟਨ ਦੱਬਣਾ ਦਾ ਭੁੱਲ ਗਿਆ, ਅੱਜ ਜੀ ਅੱਜ ਕੀਤਾ। ਤੇ ਲਾਸਟ ਵੀਕ ਆਹ ਰਿਕਾਰਡਿੰਗ ਕਰਦੇ ਸੀਗੇ, ਉੱਥੇ ਮੈਂ ਉਂਗਲ ਜੀ ਨਾਲ ਘੁਮਾਈ ਜਾਵਾਂ, ਉਹ ਦੱਬੇ ਨਾ ਜਾਵੇ, ਬਾਅਦ 'ਚ ਮੈਨੂੰ ਕਿਹਾ ਉਂਗਲ ਨਾਲ ਨਹੀਂ, ਮਾਊਸ ਦੇ ਨਾਲ ਟਿਕ ਕਰਨਾ ਸੀ। ਸੋ ਟਾਈਮ ਨਿਕਲ ਗਿਆ। ਸੋ ਇਸੇ ਤਰ੍ਹਾਂ ਜ਼ਿੰਦਗੀ ਦਾ ਟਾਈਮ ਨਿਕਲ ਜਾਣਾ ਤੇ ਸਾਡਾ ਵੀ ਟਾਈਮ ਨਿਕਲ ਜਾਣਾ। ਸੋ ਅੱਜ ਹੌਲੀ ਹੌਲੀ ਸ਼ੁਰੂ ਕੀਤਾ ਸੀ ਇਹ ਟਾਈਮ, ਫਿਰ ਹੌਲੀ ਹੌਲੀ ਘਟੀ ਗਿਆ, ਅੱਧਾ ਘੰਟਾ, 20 ਮਿੰਟ, 10 ਮਿੰਟ, 5 ਮਿੰਟ, 3 ਮਿੰਟ, 4 ਮਿੰਟ, 1 ਮਿੰਟ, 2 ਮਿੰਟ। ਸੋ ਅਖੀਰ 'ਚ ਬੰਦਾ ਖਤਮ ਹੋ ਜਾਂਦਾ, ਫਿਰ ਮੁੜ ਕੇ ਨਹੀਂ ਟਾਈਮ ਮਿਲਦਾ। ਸੋ ਇਸੇ ਤਰ੍ਹਾਂ ਹੀ ਕਿਹਾ ਜਾਂਦਾ ਨਾ, ਜਿਹੜਾ ਇੱਕ ਵਾਰੀ ਸਮਾਂ ਨਿਕਲ ਗਿਆ ਉਹ ਨਹੀਂ ਆਉਂਦਾ, ਜਿਹੜਾ ਪਾਣੀ ਇੱਕ ਵਾਰੀ ਪੁਲਾਂ ਦੇ ਹੇਠੋਂ ਨਿਕਲ ਗਿਆ ਉਹ ਵਾਪਸ ਨਹੀਂ ਆਉਂਦਾ। ਮੋਮਬੱਤੀ ਦੀ ਜਿਹੜੀ ਲਾਈਟ ਹੈ ਜਿਹੜੀ ਚੱਲਦੀ ਹੈ, ਸਾਨੂੰ ਦੇਖਣ ਨੂੰ ਇੱਕੋ ਜਿਹੀ ਲੱਗਦੀ ਹੈ, ਪਰ ਹਰ ਕਸ਼ਣ ਉਹ ਮੋਮਬੱਤੀ ਦੀ ਲਾਈਟ ਉਹ ਨਹੀਂ ਹੁੰਦੀ। ਸੋ ਇਸੇ ਤਰ੍ਹਾਂ ਸਾਡੇ ਦੇ ਵਿੱਚ ਵੀ ਬਦਲਾਅ ਹੋ ਰਿਹਾ। ਜਿਹੜਾ ਅੱਜ ਤੋਂ 30 ਸਾਲ ਪਹਿਲਾਂ ਜਵਾਨੀ ਸੀਗੀ ਪੂਰੀ ਸੀ, ਹੁਣ ਬੁਢਾਪਾ ਆ ਗਿਆ। ਜਿਹੜੇ ਪਹਿਲਾਂ ਗੋਡੇ ਮਾਰ ਕੇ ਲੱਤਾਂ ਮਾਰ ਦਿੰਦੇ ਸੀਗੇ, ਹੁਣ ਜੇ ਮਾਰ ਕੇ ਦੇਖਾਂਗੇ ਗੋਡਾ ਲਾ ਕੇ ਉਹ ਜਾਊਗਾ, ਟੁੱਟ ਕੇ ਉੱਧਰ ਜਾਊਗਾ। ਤੁਰਿਆ ਨਹੀਂ ਤਾਂ ਮੂੰਹ ਤੇ ਝੁਰੜੀਆਂ ਆ ਗਈਆਂ, ਕੰਨਾਂ ਤੇ ਚਿੱਟੇ ਵਾਲ ਆ ਗਏ, ਸਾਰਾ ਕੁਝ ਹੋ ਗਿਆ, ਅੱਖਾਂ ਤੋਂ ਦਿਸਣਾ ਘੱਟ ਹੋ ਗਿਆ, ਮੂੰਹ 'ਚ ਦੰਦ ਨਿਕਲ ਜਾਂਦੇ ਨੇ। ਸੋ ਇਹੀ ਜ਼ਿੰਦਗੀ ਦਾ ਸਾਰਾ ਸਿਸਟਮ ਹੈ। ਸੋ ਜਿਹੜਾ ਬੰਦਾ ਫਾਇਦਾ ਲੈ ਗਿਆ ਉਹਦਾ ਫਾਇਦਾ, ਤੇ ਜਿਹੜਾ ਬੰਦਾ ਜਿਵੇਂ ਕਹਿੰਦੇ ਆਪਛਤਾਏ ਹੋਤ ਕਿਆ ਜਬ ਚਿੜੀਆ ਚੁਗੀ ਖੇਤ, ਉਹਦਾ ਫਿਰ ਜੋ ਨਿਕਲ ਗਿਆ ਸਮਾਂ, ਜਦੋਂ ਨਿਕਲ ਗਿਆ ਮੇਰਾ ਸਾਹ ਸੱਜਣਾ, ਤੇ ਭਾਵੇਂ ਆ ਤੇ ਭਾਵੇਂ ਨਾ ਆ ਸੱਜਣਾ। ਜਦੋਂ ਸਾਹ ਨਿਕਲ ਗਿਆ ਫਿਰ ਪਰਮਾਤਮਾ ਮਿਲੇ ਕਿ ਨਾ ਮਿਲੇ, ਫਿਰ ਉਹਦੇ ਨਾਲ ਕੋਈ ਫਰਕ ਨਹੀਂ। ਜਿੰਨਾ ਚਿਰ ਸਾਹ ਮਿਲਦਾ ਉਸ ਇਕੱਲੇ ਸਾਹ ਦਾ, ਉਸ ਇਕੱਲੇ ਬਰੀਥ ਦਾ, ਉਸ ਇਕੱਲੇ ਕਸ਼ਣ ਦਾ, ਉਸ ਇਕੱਲੇ ਮਿੰਟ ਦਾ ਸਾਨੂੰ ਫਾਇਦਾ ਲੈਣਾ ਚਾਹੀਦਾ, ਪੋਜ਼ਿਟਿਵ ਸੋਚਣਾ ਚਾਹੀਦਾ। ਸੋ ਸੋਚਦੇ ਹੁਣ ਸਮਾਂ ਵੀ ਖਤਮ ਹੋ ਗਿਆ, ਤੇ ਜੇ ਕੋਈ ਵੱਧ ਘੱਟ ਕੇ ਆ ਗਿਆ ਉਹਦੇ ਲਈ ਮਾਫੀ। ਨੈਕਸਟ ਵੀਕ ਆਪਾਂ ਰੱਬ ਤੇ ਗੱਲ ਕਰਾਂਗੇ। ਤਦ ਤੱਕ ਲਈ ਰੱਬ ਰਾਖਾ। ਸਤਿ ਸ੍ਰੀ ਅਕਾਲ। ਥੈਂਕ ਯੂ ਵੈਰੀ ਮੱਚ।